ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਕਿਸਾਨਾਂ ਨੂੰ ਇਸ ਸੰਕਟ ਦੀ ਘੜੀ ਵਿੱਚ ਸੰਜਮ ਤੋਂ ਕੰਮ ਲੈਣਾ ਚਾਹੀਦਾ ਹੈ। ਚੰਡੀਗੜ੍ਹ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਜੇਵਾਲ ਨੇ ਕਿਹਾ ਕਿ ਕੇਂਦਰ ਦੀ ਸੱਤਾਧਾਰੀ ਧਿਰ ਅਤੇ ਕੇਂਦਰ ਸਰਕਾਰ ਕੋਝੀਆਂ ਹਰਕਤਾਂ ਕਰਕੇ ਕਿਸਾਨ ਸੰਘਰਸ਼ ਨੂੰ ਫੇਲ ਕਰਨ ਦੀ ਕੋਸ਼ਿਸ਼ ਵਿੱਚ ਹੈ, ਪਰ ਕਿਸਾਨ ਜਥੇਬੰਦੀਆਂ ਇਹਨਾਂ ਚਾਲਾਂ ਤੋਂ ਪਹਿਲਾਂ ਹੀ ਸੁਚੇਤ ਹੈ। ਪਹਿਲਾਂ ਤਾਂ ਸਾਰੇ ਮੀਡੀਆ ਦੇ ਦੋਸਤਾਂ ਨੂੰ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਧੰਨਵਾਦ, ਤੁਸੀਂ ਸਾਡੀ ਗੱਲ ਲੋਕਾਂ ਤੱਕ ਪਹੁੰਚਾਉਂਦੇ ਹੋ। ਇਹ ਕਿਸਾਨ ਅੰਦੋਲਨ ਬਹੁਤ ਲੰਬੇ ਸਮੇਂ ਤੋਂ ਅਸਲ 'ਚ ਤਾਂ ਤੁਸੀਂ ਦੇਖਿਆ ਪਿਛਲਾ ਸਾਰਾ ਸਾਲ ਹੀ ਅੰਦੋਲਨ ਦੇ ਵਿੱਚ ਲੰਘਿਆ। ਉਸ ਤੋਂ ਬਾਅਦ ਬਹੁਤ ਸਰਗਰਮੀ ਨਾਲ ਆਮ ਲੋਕਾਂ ਦੀ ਪਾਰਟਿਸਪੇਸ਼ਨ ਇਹਦੇ 'ਚ ਹੋ ਕੇ ਅੱਜ ਇਹ ਸੰਸਾਰ ਦਾ ਸਭ ਤੋਂ ਵੱਡਾ ਅੰਦੋਲਨ ਹੋ ਨਿਬੜਿਆ। ਇਸ ਅੰਦੋਲਨ ਵਿੱਚ ਦੋ ਤਿੰਨ ਗੱਲਾਂ ਜਿਹੜੀਆਂ ਦੁਨੀਆ ਦੇ ਇਤਿਹਾਸ ਵਿੱਚ ਲਿਖੀਆਂ ਜਾਣਗੀਆਂ। ਇੱਕ ਤਾਂ ਸਭ ਤੋਂ ਵੱਧ ਪੀਸਫੁਲ ਅੰਦੋਲਨ ਰਿਹਾ, ਸਭ ਤੋਂ ਲੰਬਾ ਸਮਾਂ ਅੰਦੋਲਨ ਰਿਹਾ ਔਰ ਸਭ ਤੋਂ ਵੱਧ ਪਾਰਟਿਸਪੇਸ਼ਨ ਵਾਲਾ ਅੰਦੋਲਨ ਰਿਹਾ। ਇਹ ਅੰਦੋਲਨ ਸਿਰਫ ਕਿਸਾਨਾਂ ਦਾ ਨਹੀਂ, ਹਰ ਸ਼ਹਿਰੀ ਦਾ ਅੰਦੋਲਨ ਬਣ ਗਿਆ। ਅੱਜ ਇਹ ਜਨ ਅੰਦੋਲਨ ਹੈ। ਅਸੀਂ 26 ਨਵੰਬਰ ਤੋਂ ਲਗਾਤਾਰ ਦਿੱਲੀ ਦੇ ਆਲੇ ਦੁਆਲੇ ਨਾਕਿਆਂ ਤੇ ਜਿੱਥੇ ਸਾਨੂੰ ਰੋਕਿਆ ਗਿਆ ਉੱਥੇ ਬੈਠੇ ਹਾਂ, ਸ਼ਾਂਤਮਈ ਤਰੀਕੇ ਨਾਲ ਬੈਠੇ ਹਾਂ। ਅੱਜ ਵੀ ਸ਼ਾਂਤਮਈ ਤਰੀਕੇ ਨਾਲ ਉਹ ਅੰਦੋਲਨ ਚੱਲ ਰਿਹਾ। ਇਸ ਵੇਲੇ ਜਿਹੜੀ 26 ਜਨਵਰੀ ਦੀ ਘਟਨਾ ਸੀ, ਜੋ ਹੋਇਆ ਮੰਦਭਾਗਾ ਹੋਇਆ, ਉਹਦੇ ਬਾਵਜੂਦ ਹੁਣ ਫੇਰ ਦੁਬਾਰਾ ਅੰਦੋਲਨ ਆਪਣੇ ਜੋਬਨ ਤੇ ਹੈ। ਸਾਰੇ ਲੋਕਾਂ ਦੀ ਬਹੁਤ ਵੱਡੀ ਗਿਣਤੀ ਵਿੱਚ, ਹਰਿਆਣੇ ਦੇ ਲੋਕਾਂ ਦੀ, ਹੁਣ यूपी ਦੇ ਲੋਕਾਂ ਦੀ, ਪੰਜਾਬ, ਰਾਜਸਥਾਨ, ਉੱਤਰਾਖੰਡ, ਇਹ ਸਾਰੀਆਂ ਸਟੇਟਾਂ ਤੋਂ ਵੱਡੀ ਗਿਣਤੀ 'ਚ ਲੋਕ ਉੱਥੇ ਪਹੁੰਚ ਰਹੇ ਨੇ ਤੇ ਸੰਭਾਵਨਾ ਇਹ ਹੈ ਵੀ 2 ਤਾਰੀਖ ਤੱਕ ਇਹ ਫਿਰ ਰਿਕਾਰਡ ਗੈਦਰਿੰਗ ਉੱਥੇ ਹੋਏਗੀ। ਸਭ ਤੋਂ ਵੱਡੀ ਗੱਲ ਫਿਰ ਇਹ ਵੀ ਇਹ ਪੀਸਫੁਲ ਹੋਏਗੀ। ਮੈਂ ਇੱਕ ਬੇਨਤੀ ਤੁਹਾਡੇ ਥਰੂ ਲੋਕਾਂ ਨੂੰ ਕਰਨਾ ਆਇਆ। ਉੱਥੇ ਜਿੱਥੇ ਅਸੀਂ ਬੈਠੇ ਹਾਂ, ਸਰਕਾਰ ਨੇ ਨੈੱਟ ਬੰਦ ਕਰ ਦਿੱਤਾ ਹੈ, ਹਰਿਆਣੇ 'ਚ ਵੀ ਨੈੱਟ ਬੰਦ ਕਰ ਦਿੱਤਾ ਹੈ ਤੇ ਕਈ ਵਾਰੀ ਉਹ ਪਾਣੀ ਬੰਦ ਕਰ ਦਿੰਦੇ ਨੇ, ਸਾਡੀ ਪਾਣੀ ਦੀ ਸਪਲਾਈ ਬੰਦ ਕਰ ਦਿੰਦੇ ਨੇ, ਬਿਜਲੀ ਸਪਲਾਈ ਬੰਦ ਕਰ ਦਿੰਦੇ ਨੇ। ਲੋਕਾਂ ਦੇ ਸਾਹਮਣੇ ਸਹੀ ਤਸਵੀਰ ਨਹੀਂ ਜਾਂਦੀ। ਜੋ ਮੰਦਭਾਗੀਆਂ ਘਟਨਾਵਾਂ ਹੋਈਆਂ ਉਹਨਾਂ ਦੀਆਂ ਤਸਵੀਰਾਂ ਦਿਖਾ ਕੇ ਲੋਕਾਂ ਨੂੰ ਡਰਾਈ ਜਾਂਦੇ ਨੇ ਸਰਕਾਰ ਵਾਲੇ। ਲੋਕਾਂ ਵਿੱਚ ਗਲਤਫਹਿਮੀਆਂ ਪੈਦਾ ਕਰ ਰਹੇ ਨੇ, ਲੋਕਾਂ ਨੂੰ ਗੁੰਮਰਾਹ ਕਰ ਰਹੇ ਨੇ, ਗੁੰਮਰਾਹਕੁਨ ਪ੍ਰਚਾਰ ਕਰਕੇ ਅੰਦੋਲਨ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਮੈਂ ਤੁਹਾਡੇ ਰਾਹੀਂ ਸਾਰੇ ਦੇਸ਼ ਵਾਸੀਆਂ ਨੂੰ ਬੇਨਤੀ ਕਰਾਂਗਾ, ਇਹ ਅੰਦੋਲਨ ਅੱਜ ਦੇਸ਼ ਦੇ 713 ਚੋਂ 700 ਜ਼ਿਲ੍ਹਿਆਂ ਵਿੱਚ ਪੂਰੀ ਸਰਗਰਮੀ ਨਾਲ ਚੱਲ ਰਿਹਾ ਹੈ। ਜਿਸ ਤਰ੍ਹਾਂ ਦਾ ਇੱਥੇ ਮੀਡੀਆ ਵਿੱਚ ਰਿਪੋਰਟਿੰਗ ਹੁੰਦੀ ਹੈ, ਪਤਾ ਇਹ ਲੱਗਦਾ ਵੀ ਸਾਊਥ ਦੀਆਂ ਖਬਰਾਂ ਇੱਥੇ ਬਹੁਤ ਘੱਟ ਆਉਂਦੀਆਂ, ਇੱਥੇ ਦੀਆਂ ਸਾਊਥ ਵਿੱਚ ਬਹੁਤ ਘੱਟ ਜਾਂਦੀਆਂ। ਉਹ ਸਾਰੇ ਲੋਕਾਂ ਨੂੰ ਕਈ ਵਾਰੀ ਪਤਾ ਨਹੀਂ ਲੱਗਦਾ, ਪਰ ਫਿਰ ਵੀ ਇਹਦੇ ਬਾਵਜੂਦ ਅੱਜ ਸਾਰੀ ਦੁਨੀਆ ਇਸ ਅੰਦੋਲਨ ਵੱਲ ਦੇਖ ਰਹੀ ਹੈ। ਤੋ ਹੁਣ ਫਿਰ ਜਿਸ ਤਰ੍ਹਾਂ ਦੁਬਾਰਾ ਪੰਜਾਬ 'ਚੋਂ ਵੱਡੀ ਗਿਣਤੀ 'ਚ, ਹਰਿਆਣੇ 'ਚੋਂ, यूपी 'ਚੋਂ ਵੱਡੀ ਗਿਣਤੀ 'ਚ ਕਿਸਾਨ ਜਾਣਾ ਸ਼ੁਰੂ ਹੋਏ ਨੇ, ਮੈਂ ਉਹਨਾਂ ਨੂੰ ਇੱਕ ਅਪੀਲ ਕਰਨੀ ਚਾਹੁੰਦਾ ਤੁਹਾਡੇ ਥਰੂ ਇਹ ਬਈ ਇਸ ਅੰਦੋਲਨ ਨੂੰ ਪੂਰੀ ਤਰ੍ਹਾਂ ਸ਼ਾਂਤਮਈ ਰੱਖਣਾ ਸਾਡੀ ਮੁੱਢਲੀ ਜ਼ਿੰਮੇਵਾਰੀ ਹੈ। ਮੈਂ ਸ਼ੁਰੂ ਤੋਂ ਇੱਕੋ ਗੱਲ ਕਹਿਣਾ ਆਪਣੇ ਭਰਾਵਾਂ ਨੂੰ ਵੀ ਜੇ ਸ਼ਾਂਤਮਈ ਰਹੋਗੇ ਤੁਹਾਡੀ ਜਿੱਤ ਯਕੀਨੀ ਹੈ। ਜਿੱਦਣ ਹਿੰਸਾ ਆਈ ਉਸ ਦਿਨ ਹਾਰ ਨਾਲ ਆ ਜਾਣੀ ਹੈ, ਉਸ ਦਿਨ ਮੋਦੀ ਦੀ ਜਿੱਤ ਹੋ ਜਾਣੀ ਹੈ। ਮੈਨੂੰ ਇਸ ਗੱਲ ਦੀ ਚੰਗੀ ਤਰ੍ਹਾਂ ਮੈਨੂੰ ਅਹਿਸਾਸ ਹੈ ਵੀ ਸਾਡਾ ਭਾਈਚਾਰਾ ਇਸ ਗੱਲ ਨੂੰ ਬਹੁਤ ਅੱਛੀ ਤਰ੍ਹਾਂ ਸਮਝ ਗਿਆ। ਉਹ ਜੋਸ਼ ਵੀ ਰੱਖਦੇ ਨੇ, ਪਰ ਉਹਦੇ ਨਾਲ ਹੋਸ਼ ਰੱਖਣ ਦਾ ਇਹ ਪਹਿਲਾ ਅੰਦੋਲਨ ਹੈ ਵੀ ਦੋਨੋਂ ਚੀਜ਼ਾਂ ਦਾ ਸੁਮੇਲ ਹੋਇਆ ਹੈ। ਤੋ ਹਰਿਆਣੇ ਵਿੱਚ ਜਿਸ ਤਰ੍ਹਾਂ ਖਾਪ ਪੰਚਾਇਤਾਂ ਨੇ ਫੈਸਲੇ ਲਏ ਨੇ, यूपी ਵਿੱਚ ਵੈਸਟਰਨ यूपी 'ਚ ਲਏ ਨੇ, ਈਸਟਰਨ यूपी 'ਚ ਫੈਸਲੇ ਲਏ ਨੇ, ਉਹ ਸਾਰੇ ਵੱਡੀ ਗਿਣਤੀ ਵਿੱਚ ਉੱਥੇ ਪਹੁੰਚਣ ਲੱਗੇ ਨੇ। ਤੋ ਮੇਰੀ ਸਰਕਾਰ ਨੂੰ ਇੱਕ ਅਪੀਲ ਹੈ ਵੀ ਉਹ ਇਸ ਅੰਦੋਲਨ ਨੂੰ ਜਿਸ
ਭਾਵਨਾ ਨਾਲ, ਜਿਸ ਡਿਸਪਲਿਨ ਨਾਲ ਇਹ ਚੱਲ ਰਿਹਾ ਹੈ, ਇਹਦੀ ਲੋਕਾਂ ਦੀ ਨਬਜ਼ ਪਛਾਣਨ। ਔਰ ਸਰਕਾਰਾਂ ਲੋਕਾਂ ਲਈ ਹੁੰਦੀਆਂ ਨੇ, ਲੋਕ ਇਸ ਦੇਸ਼ ਦੇ ਮਾਲਕ ਨੇ। ਇਸ ਕਰਕੇ ਮੈਂ ਸਮਝਦਾ ਵੀ ਉਹਨਾਂ ਨੂੰ ਲੋਕਾਂ ਦੀ ਭਾਵਨਾ ਅਨੁਸਾਰ ਉਹ ਜਿਹੜੇ 3 ਕਾਨੂੰਨਾਂ ਤੋਂ ਲੜਾਈ ਸ਼ੁਰੂ ਹੋਈ ਉਹਨਾਂ ਨੂੰ ਵਾਪਸ ਲੈ ਲੈਣਾ ਚਾਹੀਦਾ ਹੈ। ਹੱਠ ਧਰਮੀ ਰਾਜ ਹੱਠ ਨਹੀਂ ਅਖਤਿਆਰ ਕਰਨਾ ਚਾਹੀਦਾ ਜਿਹੜਾ ਹੁਣ ਤੱਕ ਸਰਕਾਰ ਨੇ ਅਪਣਾਈ ਰੱਖਿਆ। ਤਾਂ ਮੈਂ ਅਪੀਲ ਕਰਦਾ ਆਪਣੇ ਸਾਰੇ ਭਾਈਚਾਰੇ ਨੂੰ, ਇੱਕ ਤਾਂ ਜਿਹੜੇ ਜਾ ਰਹੇ ਨੇ ਉਹਨਾਂ ਨੂੰ ਖਾਸ ਤੌਰ ਤੇ, ਕਿਉਂਕਿ ਉੱਥੇ ਨੈਟ ਦੀ ਸਮੱਸਿਆ ਸੀ, ਅਸੀਂ ਆਪਣੀ ਗੱਲ ਪਹੁੰਚਾ ਨਹੀਂ ਸੀ ਸਕਦੇ ਲੋਕਾਂ ਤੱਕ। ਤਾਂ ਮੈਂ ਉਹਨਾਂ ਨੂੰ ਇਹ ਅਪੀਲ ਉਚੇਚੇ ਤੌਰ ਤੇ ਕਰਨ ਆਇਆ ਵੀ ਭਰਾਵੋ, ਆਉਣਾ ਤੁਸੀਂ ਜ਼ਰੂਰ, ਸਾਰਿਆਂ ਨੂੰ ਸੱਦਾ ਹੈ, ਤੁਹਾਡਾ ਆਪਣਾ ਅੰਦੋਲਨ ਹੈ, ਪਰ ਇਹ ਮਿੱਥ ਕੇ ਆਉਣਾ ਹੈ ਵੀ ਜੇ ਕੋਈ ਤੁਹਾਨੂੰ ਉਕਸਾਵੇ ਵੀ ਤਾਂ ਵੀ ਤੁਸੀਂ ਉਕਸਾਹਟ 'ਚ ਭਾਵੁਕ ਹੋ ਕੇ ਕੋਈ ਵੀ ਐਸੀ ਕਾਰਵਾਈ ਨਹੀਂ ਕਰਨੀ ਜਿਹਦੇ ਨਾਲ ਅੰਦੋਲਨ ਦੇ ਉੱਤੇ ਕੋਈ ਕਿਸੇ ਤਰ੍ਹਾਂ ਦੀ ਆਂਚ ਆਵੇ। ਜਿੰਨੇ ਲੋਕੀ ਉੱਥੇ ਆ ਰਹੇ ਨੇ, ਜਿੰਨੇ ਨੌਜਵਾਨ, ਬਜ਼ੁਰਗ, ਬਿਰਧ, ਬੀਬੀਆਂ ਜਿੰਨੇ ਉੱਥੇ ਪਹੁੰਚ ਰਹੇ ਨੇ, ਉਸ ਅੰਦੋਲਨ ਸਾਰਿਆਂ ਦਾ ਉਹਨਾਂ ਦਾ ਹੈ। ਉਹ ਸਾਰੇ ਹੀ ਪ੍ਰਧਾਨ ਨੇ, ਕੋਈ ਛੋਟਾ ਵੱਡਾ ਨਹੀਂ, ਸਾਰੇ ਬਰਾਬਰ ਨੇ। ਤਾਂ ਮੇਰੀ ਉਹਨਾਂ ਨੂੰ ਬੇਨਤੀ ਹੈ, ਉਚੇਚੇ ਤੌਰ ਤੇ ਬੇਨਤੀ ਕਰਨਾ ਆ ਵੀ ਅਸੀਂ ਕੋਈ ਉੱਥੇ ਯੁੱਧ ਲੜਨ ਨਹੀਂ ਜਾ ਰਹੇ। ਸਾਡਾ ਆਪਣਾ ਦੇਸ਼ ਹੈ, ਸਰਕਾਰ ਇਸ ਦੇਸ਼ ਦੀ ਹੈ, ਤੇ ਇਹ ਤੈਅ ਕਰਕੇ ਇੱਥੋਂ ਘਰਾਂ ਤੋਂ ਜਾਣਾ ਹੈ ਬਈ ਸਾਡੀ ਇੱਕ ਜ਼ਿੰਮੇਵਾਰੀ ਇਸ ਅੰਦੋਲਨ ਨੇ ਸਾਡੇ ਤੇ ਆਇਦ ਕੀਤੀ ਹੈ। ਉਹ ਜ਼ਿੰਮੇਵਾਰੀ ਹੈ ਇਹਨੂੰ ਸ਼ਾਂਤਮਈ ਤਰੀਕੇ ਨਾਲ ਜ਼ਬਰ ਸਹਿਣਾ ਹੈ, ਕਿਸੇ ਨਾਲ ਧੱਕਾ ਕਰਨਾ ਨਹੀਂ। ਤੋ ਉਚੇਚੇ ਤੌਰ ਤੇ ਮੈਂ ਸਰਕਾਰ ਦੀ ਇਸ ਨੀਤੀ ਦੀ ਵੀ ਮੈਂ ਨਿੰਦਾ ਕਰਦਾ ਵੀ ਉਹਨਾਂ ਨੇ ਸਾਨੂੰ ਲੋਕਾਂ ਤੋਂ ਅਲੱਗ ਕਰਨ ਵਾਸਤੇ ਜਿਹੜਾ ਨੈਟ ਬੰਦ ਦੀ ਸਰਵਿਸ ਹਰਿਆਣੇ 'ਚ ਤੇ ਪੰਜਾਬ 'ਚ ਤੇ ਇੱਥੇ ਨਾਕਿਆਂ ਦੇ ਉੱਤੇ ਜਿਹੜੀ ਨੈਟ ਦੀ ਬੰਦ ਕੀਤਾ ਹੈ, ਇਹ ਬਹੁਤ ਹੀ ਨਿੰਦਣਯੋਗ ਹੈ। ਇਹਦੇ ਨਾਲ ਸਰਕਾਰ ਤੋਂ ਇਹ ਉਮੀਦ ਨਹੀਂ ਹੁੰਦੀ ਵੀ ਉਹ ਅਫਵਾਹਾਂ ਫੈਲਾਏ, ਸਰਕਾਰ ਤੋਂ ਇਹ ਉਮੀਦ ਨਹੀਂ ਹੁੰਦੀ ਵੀ ਲੋਕਾਂ ਵਿੱਚ ਗਲਤਫਹਿਮੀਆਂ ਕਰੇ, ਸਰਕਾਰ ਤੋਂ ਇਹ ਉਮੀਦ ਨਹੀਂ ਹੁੰਦੀ ਲੋਕਾਂ ਵਿੱਚ ਕਿਸੇ ਤਰ੍ਹਾਂ ਦੀ ਦੁਫੇੜ ਪੈਦਾ ਕਰੇ। ਅਸੀਂ ਸਾਰਾ ਸਮਾਜ ਇੱਕ ਹਾਂ। ਇੱਥੇ ਨਾ ਕੋਈ ਹਿੰਦੂ, ਸਿੱਖ, ਮੁਸਲਿਮ, ਈਸਾਈ ਦੀ ਗੱਲ ਹੈ, ਇੱਥੇ ਨਾ ਕੋਈ ਕਿਸੇ ਜਾਤ ਪਾਤ ਦੀ ਗੱਲ ਹੈ। ਸਾਰੇ ਇੱਕ ਹਾਂ, ਸਾਰੇ ਭਾਰਤ ਵਾਸੀ ਹਾਂ, ਸਭ ਨੂੰ ਆਪਣੇ ਦੇਸ਼ ਦੀ ਚਿੰਤਾ ਹੈ। ਤੇ ਜੇ ਇਹੋ ਜੀ ਜਦੋਂ ਲੋਕੀ ਇਕੱਠੇ ਹੋ ਕੇ ਬੈਠ ਕੇ, ਪਹਿਲਾ ਅੰਦੋਲਨ ਹੈ ਜਿਹੜਾ ਇਹ ਸਾਰੀਆਂ ਗੱਲਾਂ ਤੋਂ ਉੱਪਰ ਉੱਠ ਕੇ ਲੜਿਆ ਜਾ ਰਿਹਾ। ਔਰ ਕਈ ਵਾਰੀ ਹੈਰਾਨੀ ਹੁੰਦੀ ਹੈ ਵੀ ਇੱਕੋ ਟਰਾਲੀ ਵਿੱਚ ਪਿੰਡ ਦੀਆਂ ਦੋ ਜਿਹੜੀਆਂ ਹੁਣ ਤੱਕ ਸਿਰਵੱਢਵੀਂ ਵੈਰ ਵਾਲੀਆਂ ਪਾਰਟੀਆਂ ਸੀ, ਉਹ ਦੋਨੋਂ ਇੱਕ ਟਰਾਲੀ ਵਿੱਚ ਇਕੱਠੇ ਸੌਂਦੇ ਨੇ। ਜਦੋਂ ਹਰ ਜਾਤ ਦੇ ਲੋਕ ਉੱਥੇ ਇਕੱਠੇ ਲੰਗਰ ਵਿੱਚ ਸੇਵਾ ਕਰਦੇ ਨੇ, ਇਹ ਨਿਵੇਕਲੀ ਇੱਕ ਇਸ ਅੰਦੋਲਨ ਦੀ ਖੂਬੀ ਸਾਹਮਣੇ ਆਈ ਹੈ। ਮੈਂ ਸਾਰੇ ਜਿਹੜੇ ਨੇ ਪੰਜਾਬ, ਹਰਿਆਣਾ, ਯੂਪੀ, ਉੱਤਰਾਖੰਡ, ਰਾਜਸਥਾਨ, ਜਿਹੜੇ ਨੇੜੇ ਦੇ ਸੂਬੇ ਨੇ, ਜਿਹੜੇ ਵੱਡੀ ਗਿਣਤੀ ਵਿੱਚ ਉੱਥੇ ਪਾਰਟਿਸਿਪੇਟ ਕਰ ਰਹੇ ਨੇ, ਦੂਰ ਦੇ ਸੂਬਿਆਂ ਦੀ ਪਾਰਟਿਸਿਪੇਸ਼ਨ ਜਿਹੜੀ ਆ ਉਹ ਬਹੁਤ ਦੂਰ ਹੋਣ ਕਰਕੇ ਭਾਵੇਂ ਟੋਕਨ ਹੈ, ਫਿਰ ਵੀ ਕਿਸੇ ਦੀ 2000, ਕਿਸੇ ਦੀ 1000, ਕਿਸੇ ਦੀ 4000 ਤੱਕ ਦੀ ਪਾਰਟਿਸਿਪੇਸ਼ਨ ਉੱਥੇ ਹੈ। ਇਹ ਸਾਬਤ ਕਰਦੀ ਹੈ ਵੀ ਸਾਰਾ ਦੇਸ਼ ਅੱਜ ਇਕਮੁੱਠ ਹੋ ਕੇ ਸਰਕਾਰ ਦੇ ਇਹ ਬਣਾਏ ਕਾਨੂੰਨਾਂ ਦਾ ਵਿਰੋਧ ਕਰ ਰਿਹਾ ਹੈ। ਧੰਨਵਾਦ। ਇਹਨਾਂ ਨੂੰ ਅਪੀਲ ਵੀ ਕਰਨੀ ਵੀ ਲੋਕਾਂ ਨੂੰ ਵੱਧ ਚੜ ਕੇ ਸੱਚ ਮੀਡੀਆ ਦੀ ਕੱਲ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਪ੍ਰਪੋਜ਼ਲ ਆਈ ਸੀ ਜੇਕਰ ਸਰਕਾਰ ਇੱਕ ਕਦਮ ਵੀ ਅੱਗੇ ਵਧੇ ਤਾਂ ਸਾਨੂੰ ਵੀ ਇੱਕ ਕਦਮ ਜਿਹੜਾ ਹੈ ਉਹ ਪਿੱਛੇ ਹਟ ਜਾਣਾ ਚਾਹੀਦਾ। ਜੇ ਉਹ ਪਿੱਛੇ ਹਟੇ ਤਾਂ ਸਾਨੂੰ ਵੀ ਹਟ ਜਾਣਾ ਚਾਹੀਦਾ। ਤੁਸੀਂ ਇਹਦੇ ਨਾਲ ਕਿੰਨਾ ਇਤਫਾਕ ਰੱਖਦੇ ਹੋ? ਇਹ ਸਾਰਾ ਮੁੱਦਾ ਸਾਡੀ ਜਿਹੜੀ ਕੋਰ ਕਮੇਟੀ ਹੈ ਉਹਦੇ ਵਿੱਚ ਡਿਸਕਸ ਕਰਨ ਵਾਲਾ ਹੈ। ਬਾਹਰੋਂ ਜਿਹੜੇ ਲੋਕ ਰਾਏ ਦਿੰਦੇ ਨੇ ਉਹਨਾਂ ਦੀ ਰਾਏ ਦੀ ਕਦਰ ਕਰਾਂਗੇ, ਵਿਚਾਰਾਂਗੇ। ਹਮਲਾ ਹੋਇਆ ਉਹ ਇੱਕ ਗਰੁੱਪ ਦੇ ਧੰਦੇਰ ਪੰਨੂ ਗਰੁੱਪ ਤੇ, ਤੁਸੀਂ ਉਹਦੇ ਨੂੰ ਬੜਾ ਪੱਲਾ ਝਾੜ ਲਿਆ ਵੀ ਇਹਨਾਂ ਦਾ ਆਪਣਾ ਮਸਲਾ ਹੈ, ਕਿਉਂਕਿ ਮਸਲਾ ਕਿਸਾਨਾਂ ਦਾ, ਉਹਨਾਂ ਦੀ ਤੁਹਾਨੂੰ ਹਮਾਇਤ ਕਰਨੀ ਚਾਹੀਦੀ ਹੈ। ਨਹੀਂ, ਜਿਹੜੇ ਉੱਥੇ ਆਮ ਕਿਸਾਨ ਬੈਠੇ ਨੇ ਉਹਨਾਂ ਨਾਲ ਸਾਡੀ ਹਮਦਰਦੀ ਹੈ, ਸਾਡਾ ਉਹਨਾਂ ਨਾਲ ਕੋਈ ਵਿਰੋਧ ਨਹੀਂ। ਕੱਲ ਕੁਝ ਬੀਬੀਆਂ ਸਾਡੇ ਬੰਦੇ ਉਧਰੋਂ ਉਸ ਪਾਸਿਓਂ, ਕਿਉਂਕਿ ਸਾਡੇ ਪੰਜਾਬ ਦੀ ਇੱਜ਼ਤ ਹੈ, ਸਾਡੀਆਂ ਭੈਣਾਂ ਨੇ, ਸਾਡੀਆਂ ਮਾਵਾਂ ਨੇ, ਉਹਨਾਂ ਨੂੰ ਉਧਰੋਂ ਇੱਧਰ ਲੈ ਕੇ ਵੀ ਆਏ ਨੇ ਸੇਫ ਜਗ੍ਹਾ। ਐਸਾ ਕੋਈ ਵੈਰ ਭਾਵ ਨਹੀਂ। ਜੇ ਕਿਸੇ ਨੇ ਕੋਈ ਗਲਤੀ ਕੀਤੀ ਵੀ ਹੈ ਤਾਂ ਇਹਦਾ ਮਤਲਬ ਇਹ ਨਹੀਂ ਵੀ ਅਸੀਂ ਲੋਕਾਂ ਨੂੰ ਕੋਈ ਸਜ਼ਾ ਦੇਣ ਵਾਸਤੇ ਸਰਕਾਰ ਦੇ ਅੱਗੇ ਅਸੀਂ
ਐਵੇਂ ਉਹਨਾਂ ਨੂੰ ਖੁੱਲੇ ਛੱਡ ਦਈਏ, ਇਦਾਂ ਦੀ ਨਹੀਂ ਸਾਡੀ ਲੋਕਾਂ ਨਾਲ ਹੁੰਦਾ। ਰਾਜੇਵਾਲ ਸਾਹਿਬ, ਲਾਲ ਕਿਲੇ ਦੀ ਬੈਰੀਕੇਡਿੰਗ ਨੂੰ ਲੈ ਕੇ ਜਿਹੜੀ ਚਰਚਾ ਸੀ ਕਿ ਉੱਥੇ ਜਾਣ ਕੇ ਪੁਲਿਸ ਨੇ ਜੋ ਕੁਝ ਕਰਾਇਆ ਤੇ 2 ਦਿਨਾਂ ਤੋਂ ਜਿਹੜੀ ਪੱਥਰਬਾਜ਼ੀ ਹੋ ਰਹੀ ਹੈ, ਦੋਵੇਂ ਘਟਨਾਵਾਂ ਨੂੰ ਕਿਤੇ ਜੋੜ ਕੇ ਦੇਖਦੇ ਹੋ ਕਿ ਇਹਦੇ ਵਿੱਚ ਇੱਕੋ ਧਿਰ ਹੈ ਕੋਈ? ਇਹਦੇ ਪਿੱਛੇ ਸਰਕਾਰ ਔਰ ਰੂਲਿੰਗ ਪਾਰਟੀ ਦੇ ਬੀਜੇਪੀ ਦੇ ਆਰਐਸਐਸ ਦੀ ਇਹ ਇੱਕ ਸਾਜ਼ਿਸ਼ ਹੈ। ਉਹ ਲੋਕਾਂ ਨੂੰ ਪ੍ਰਵੋਕ ਕਰਦੇ ਨੇ ਆ ਕੇ, ਤੇ ਅਸੀਂ ਉਹ ਤੋਂ ਚੌਕਸ ਹਾਂ। ਜਿਸ ਤਰ੍ਹਾਂ ਗਾਜ਼ੀਪੁਰ ਬਾਰਡਰ ਤੇ ਹੋਇਆ, ਉੱਥੇ 2 ਐਮਐਲਏ ਤੇ ਬਹੁਤ ਸਾਰੇ ਬੀਜੇਪੀ ਦੇ ਵਰਕਰ ਆ ਕੇ ਪ੍ਰਵੋਕ ਕਰਦੇ ਰਹੇ ਸਾਡੇ ਕਿਸਾਨਾਂ ਨੂੰ। ਔਰ ਮੈਂ ਸਿਫਤ ਕਰਾਂਗਾ ਉਚੇਚੇ ਤੌਰ ਤੇ ਟਕੈਤ ਸਾਹਿਬ ਦੀ। ਉਹਨਾਂ ਨੇ ਇੰਨਾ ਭਾਵੁਕ ਵੀ ਹੋਏ, ਇੰਨਾ ਵਧੀਆ ਢੰਗ ਨਾਲ ਸੰਭਾਲਿਆ। ਉੱਥੇ ਕੋਈ ਜਿਸ ਤਰ੍ਹਾਂ ਉਹ ਆਏ ਸੀ ਖੂਨ ਖਰਾਬਾ ਕਰਨ, ਉਹਨਾਂ ਨੇ ਬਿਲਕੁਲ ਐਸੀ ਕੋਈ ਘਟਨਾ ਹੋਣ ਨਹੀਂ ਦਿੱਤੀ। ਤੇ ਉਹਦਾ ਨਤੀਜਾ ਇਹ ਹੋਇਆ ਵੀ ਯੂਪੀ ਸਾਰੀ ਸਾਡੇ ਨਾਲ ਤੁਰ ਪਈ, ਹਰਿਆਣੇ ਦਾ ਉਧਰਲਾ ਹਿੱਸਾ ਸਾਰਾ ਰਾਤੋਂ ਰਾਤ ਉੱਥੇ ਪਹੁੰਚ ਗਿਆ। ਤੇ ਮੈਂ ਇਸ ਗੱਲ ਲਈ ਅਸੀਂ ਸੋਚ ਰਹੇ ਹਾਂ, ਕੱਲ ਫੈਸਲਾ ਵੀ ਕੀਤਾ ਸੀ ਵੀ ਕਿਸੇ ਵੇਲੇ ਟਕੈਤ ਸਾਹਿਬ ਦਾ ਉਚੇਚੇ ਤੌਰ ਤੇ ਸਨਮਾਨ ਵੀ ਕਰਾਂਗੇ। ਉਹਨਾਂ ਨੇ ਸਥਿਤੀ ਨੂੰ ਵਿਗੜਨ ਤੋਂ ਸੰਭਾਲਿਆ। ਦੇਖੋ ਜੀ, ਸਰਕਾਰਾਂ ਤੋਂ ਇਹ ਉਮੀਦ ਨਹੀਂ ਹੁੰਦੀ। ਹੁਣ ਬਦਕਿਸਮਤੀ ਹੈ ਇਸ ਦੇਸ਼ ਦੀ ਵੀ ਸਰਕਾਰ ਔਰ ਉਹਨਾਂ ਦੀ ਪਾਰਟੀ ਦੇ ਲੋਕ ਇਹ ਰਲ ਕੇ ਸਾਰਾ ਕੁਝ ਕਰ ਰਹੇ ਨੇ ਔਰ ਆ ਕੇ ਬਾਰ-ਬਾਰ ਕਿਸਾਨਾਂ ਨੂੰ ਪ੍ਰਵੋਕ ਕਰਦੇ ਨੇ। ਅਸੀਂ ਸਮਝਾ ਲਿਆ ਕਿਸਾਨਾਂ ਨੂੰ, ਜਿੰਨਾ ਮਰਜ਼ੀ ਪ੍ਰਵੋਕ ਕਰਨ, ਕਿਸਾਨ ਹੁਣ ਇਹ ਸਮਝ ਚੁੱਕੇ ਨੇ, ਉਹਨਾਂ ਦੇ ਪ੍ਰਵੋਕ ਕਰਨ ਦੇ ਬਾਵਜੂਦ ਕੋਈ ਹਿੰਸਾ ਨਹੀਂ ਕਰਨਗੇ। ਰਾਜੇਵਾਲ ਸਾਹਿਬ, 23 ਜਨਵਰੀ ਨੂੰ ਜਿਹੜੀ ਡੈਡਲੌਕ ਪਈ ਸੀ, ਮੀਟਿੰਗ ਹੋਈ ਸੀ 23 ਜਨਵਰੀ ਨੂੰ, ਲਾਲ ਕਿਲੇ ਦੇ ਇਹ ਵੀ ਆਈਆਂ ਖਬਰਾਂ ਵੀ ਗ੍ਰਿਫਤਾਰ ਕੀਤੇ ਗਏ, ਉਹਨਾਂ ਦੀ ਗਿਣਤੀ ਕਿੰਨੀ ਹੈ ਜਿਹਨੂੰ ਲੈ ਕੇ ਕਾਫੀ ਚਿੰਤਾ ਪੰਜਾਬ ਦੇ ਵਿੱਚ? ਉਹਦੇ ਤੇ ਅਸੀਂ ਵੀ ਚਿੰਤਤ ਹਾਂ। ਗਿਣਤੀ ਸਹੀ ਹਾਲੇ ਪਤਾ ਨਹੀਂ ਲੱਗ ਰਹੀ। ਜਦੋਂ ਰੋਜ਼ ਸਾਡੇ ਸਾਹਮਣੇ ਆਉਂਦੀਆਂ ਸੀ, ਰੋਜ਼ ਪ੍ਰਸ਼ਾਸਨ ਨੂੰ ਪੁੱਛਦੇ ਆ ਵੀ ਦੱਸੋ ਇੰਨੇ ਬੰਦਿਆਂ ਦਾ ਇੱਕ ਗਰੁੱਪ, ਇੰਨੇ ਮੁੰਡਿਆਂ ਦਾ ਇੱਕ ਗਰੁੱਪ, ਕਿਤੇ ਇੰਨੇ ਟਰੈਕਟਰ, ਉਹ ਲੱਭਦੇ ਨਹੀਂ ਕਿੱਥੇ ਨੇ। ਉਹਨਾਂ ਨੂੰ ਕਿਹਾ ਸਾਨੂੰ ਦੱਸੋ, ਤੇ ਉਹਦੇ ਬਾਰੇ रोज ऐसी कर दें, ऐसी भी चिंतित हैं। जिस तरह से यूएपीए लगा दी गई आपके ऊपर दूसरे किसान नेताओं पर जिनका लाल किले की घटना में हाथ नहीं था, और कहा जा रहा है कि आप उसी ट्रैक्टर मार्च में थे जहां से पुलिस ने आपको रास्ता दिया था, तो क्या कहेंगे कि यदि आपकी गिरफ्तारी होती है तो सेकंड लीडरशिप आपके पास तैयार है? सब कुछ ठीक है, सारा लोग संभाल लेंगे, और आंदोलन में और कुछ नहीं होता, हार नहीं कोई डालता, केस ही पढ़ते हुए। राजेवाल साहब 23 जनवरी को ਜਿਹੜੀ ਲਾਸਟ ਮੀਟਿੰਗ ਹੋਈ ਸੀ ਉਸ ਤੋਂ ਬਾਅਦ ਕੋਈ ਅਗਲੀ ਮੀਟਿੰਗ ਦਾ ਕੋਈ ਫੈਸਲਾ ਹੋਇਆ ਕਿ ਅਗਲੀ ਮੀਟਿੰਗ ਜਾਣੀ ਹੈ सरकार? फिलहाल कोई नहीं, जो सरकार बुलाएगी तो जावांगे। राकेश टिकैत के आंसू ने लग रहा है कि आंदोलन को एक नई धार दे दी है। जिस तरह से कहा जा रहा था, टीवी चैनलों में भी आ रहा था कि आंदोलन अब नहीं रहेगा। देखिए, हम सभी लोग जितने भी इस किसान आंदोलन से बहुत लंबे समय से जुड़े हैं, हमारे अंदर एक तड़प सी किसान के लिए तो है। अगर मुझे कोई कहे आई एम वन ऑफ द फाउंडर्स, मुझे जिंदगी के मैंने अपने 51 साल इस आंदोलन में लगाए हैं, इसका कॉन्स्टिट्यूशन मैंने लिखा है। अगर मेरे सामने किसी किसान के साथ ज्यादती होती है, कई बार मैं अपने आप को कंट्रोल नहीं कर पा रहा, जो ज्यादती करने वाला ऑफिसर होता है उसको मैं सीधा सीधा कड़ा जवाब देता हूँ। तो ये नेचुरल है, जो लोग किसान आंदोलन में लंबे समय से जुड़े हुए हैं वो कई बार भावुक हो जाते हैं, और टिकैत साहब अंदर से भावुक हुए थे, वो आहत हुए थे सरकार के उस तरीके से, जिस तरीके से वो किसानों के साथ पेश आ रहे थे। राजेवाल साहब, एक सवाल है, जैसे आपने कहा कि प्रोवोक कई लोग कर रहे थे किसानी आंदोलन को लेकर, 26 जनवरी के एक दिन पहले यानी कि एक रात को जो स्टेज पर जो भी हुआ, तो आपने इससे पहले कोई मीटिंग करी या जो आपके साथ पुलिस ऑफिसर्स की भी मीटिंग हुई, तो आपने उनको ये बताया कि इस तरह से जो बैड एलिमेंट है या जो प्रोवोक कर रहे हैं किसानों को, उनके लिए आप लोगों के लिए ऑब्वियस खतरा है, जो भी 26 जनवरी को हुआ सबने जो आपकी स्टेज पर उस टाइम में 25 तारीख की जो रात को 9, साढ़े 9, 10 बजे, बल्कि आप लोगों का स्टेज 6, साढ़े 6 बजे जो है वो बंद हो जाता है, लेकिन 9, साढ़े 9 बजे वो लोग स्टेज पर थे, और जो वीडियोज बोल रही हैं, जो ऑडियो बोल रही है कि वहां पर किस तरह से नारे लगाए गए और गलत शब्द जो है वहां पर यूज किए गए, तो आप लोगों ने कोई एक्शन? देखिए, हमारा वहाँ पे कोई लड़ाई झगड़ा करके हिंसा पैदा करने का कोई मन नहीं, ये हमारी बेसिक पॉलिसी है कि हम हिंसा में बिल्कुल नहीं जाएंगे। और वहाँ पे जो हुआ उस वक्त हमारी मीटिंग चल रही थी, आमतौर पे हम हर रोज शाम को 5 बजे के बाद रहराज साहब का पाठ करके अरदास करके स्टेज समाप्त कर देते हैं। राजेवाल साहब, एक आ रहा है कि जी अगली मीटिंग ਲਈ ਹੈ ਉਹਦੀ ਰਾਜਨਾਥ ਸਿੰਘ ਲੀਡਰਾਂ ਨਾਲ ਸੰਪਰਕ ਕਰਨ ਲੱਗੇ ਨੇ,
ਲੀਡਰਾਂ ਨੂੰ ਫੋਨ ਆਏ ਨੇ ਕਿ ਰਾਜਨਾਥ ਨੂੰ ਚਿਹਰਾ ਬਣਾ ਕੇ ਮੂਹਰੇ ਲਿਆਉਣ 1.5 ਸਾਲ ਵਾਲੀ ਪ੍ਰਪੋਜ਼ਲ 3 ਸਾਲ ਦੇਣ ਦੀ ਤਿਆਰੀ ਚ ਕੁਝ ਇਹੀ ਜਿਹੀ ਗੱਲ ਹੋਈ ਹੈ ਕੋਈ? नहीं, अभी ये हवा में ही है, अभी ऐसी हमारे पास कोई बात नहीं है। राज्यपाल साहब, दीप सिद्धू का बार-बार नाम लिया रहा है। दीप सिद्धू ने अपने वीडियो जारी करके कहा है कि यदि वो अपने आई पे उतर आए तो किसान नेताओं को मुंह दिखाने के लायक नहीं छोड़े। डेली काफी रात खुलेगी इस तरह से। चलो चलो, वो इसकी उसकी इच्छा है, हम उसे उसके प्रवोक करने से गुस्से में नहीं आएंगे, कोई बात नहीं। वो जो वो करते हैं वो लोग, समाज देख रहा है, सभी लोग देख रहे हैं, जो हम करते हैं उसको भी लोग देख रहे हैं। ਸਟੇਜ ਛੱਡਣਾ ਜਿਹੜਾ ਉਹ ਜਾਇਜ਼ ਸੀਗਾ? ਤੁਸੀਂ देखो तो ਕਿਹਾ ਵੀ ਜਿਹੜੀ ਸਟੇਜ ਆ ਉਸ ਸਮੇਂ ਤੁਹਾਡੀ ਮੀਟਿੰਗ ਚੱਲ ਰਹੀ ਸੀਗੀ, ਸਟੇਜ ਛੱਡਣਾ ਵਾਜਬ ਸੀਗਾ? नहीं, वो रात स्टेज बंद होंगी है, रात ਜਦੋਂ ਰਹਿਰਾਸ ਦਾ ਪਾਠ ਹੋ ਜਾਂਦਾ ਹੈ ਉਹ ਸਮਾਪਤੀ ਦਾ ਚਿੰਨ੍ਹ ਹੁੰਦਾ, ਉਹ ਤੋਂ ਬਾਅਦ ਸਟੇਜ ਸਮਾਪਤ ਹੋ ਜਾਂਦੀ ਹੈ, ਫਿਰ ਕੋਈ ਬੁਲਾਰਾ ਨਹੀਂ ਬੋਲਦਾ, ਉੱਥੇ ਸਟੇਜ ਬੰਦ ਹੁੰਦੀ ਹੈ। ਉਹਨਾਂ ਨੇ ਆ ਕੇ ਰਾਤ ਨੂੰ 12 ਵਜੇ आपको जो नोटिस आया है उसमें आप इन्वेस्टिगेशन ज्वाइन करेंगे आप? वो हैरान होंगे आप, वो नोटिस देते हैं हमें 27 तारीख को, उसी सिलसिले में 26 को FIR होगी, 27 को नोटिस दे के कहते हैं क्यों ना आपके खिलाफ कार्रवाई की जाए, ये 3 दिन के अंदर अंदर जवाब दो। कार्रवाई तो पहले हो गई, जवाब काहे का मांग? मतलब आप इन्वेस्टिगेशन सर ज्वाइन करेंगे? नहीं, हम जवाब भेजेंगे, उनको देखेंगे क्या होता है। ਰਾਜੇਵਾਲ ਸਾਹਿਬ ਕੀ ਬਕਾਲਾ ਕਹਿ ਕੇ ਜਿਵੇਂ ਪੰਨੂ ਪੰਦੇਰ ਔਰ ਜਿਹੜਾ ਤੁਸੀਂ ਗਦਾਰ ਨੇ ਤੁਹਾਨੂੰ ਜਿਹੜੇ ਬਾਕੀਆਂ ਸੀ ਬੋਲਣ ਕੀਤਾ ਸੀ ਨਾ ਲੱਗ ਹੋਣਾ ਚਾਹੀਦਾ ਨਾਲ ਜੋੜੋ, ਉਹਦਾ ਕਹਿਣਾ ਹੈਗਾ ਸੀ ਕਿ ਜੇ ਮੈਂ ਗਦਾਰਾਂ ਦੇ ਬਾਕੀ ਹਜ਼ਾਰਾਂ ਬੰਦੇ ਗਏ ਨੇ ਉੱਥੇ ਜਿੱਥੇ ਗਏ ਨੇ ਉਹ ਵੀ ਗਦਾਰ ਹੋ ਜਾ ਕੇ, ਕਿਉਂਕਿ ਇਹਨਾਂ ਦੇ ਜਿਵੇਂ ਮੈਂ ਰਾਜੇਵਾਲ ਸਾਹਿਬ ਦੇ ਕਈ ਬੰਦੇ ਸੀਗੇ ਜਿਹੜੇ ਸਾਡੇ ਸਟੇਜ ਉੱਪਰ ਉੱਥੇ ਲਾਲ ਕਿਲੇ ਪਹੁੰਚੇ ਸੀ ਆ ਕੇ, ਤਾਂ ਨਾਮ ਦੱਸ ਸਕਦੇ ਜਿਵੇਂ ਦੇ ਸਾਡੇ ਤੁਸੀਂ ਦੱਸੀ ਕਰਕੇ ਵੀ ਖੁਲਾਸੇ ਕਰਾਂਗਾ ਤਾਂ ਬਹੁਤ ਕੁਝ ਨਿਕਲ ਆਪਾਂ ਆਲੇ ਪਰ ਕੀ ਕਹਿ ਸਕਦੇ? ਦੇਖੋ ਉਹਨਾਂ ਦੀ ਗੱਲ ਉਹ ਜਾਣਨ, ਮੈਂ ਉਹਦੇ ਬਾਰੇ ਕੁਝ ਨਹੀਂ ਕਹਿਣਾ, ਪਰ ਇਹ ਠੀਕ ਹੈ ਵੀ ਕੁਝ ਲੋਕ ਉਸ ਵੇਲੇ ਮਾਹੌਲ ਇਹੋ ਜਿਹਾ ਸੀ, ਅਸੀਂ ਜਿਹੜਾ ਸਾਨੂੰ ਰੂਟ ਦਿੱਤਾ ਸੀ ਬਾਰਡਰ ਤੇ ਬਿਲਕੁਲ ਜਿੱਥੋਂ ਰਿੰਗ ਰੋਡ ਹੈ ਉਹ ਤੋਂ ਇੰਡਸਟਰੀਅਲ ਏਰੀਆ ਨੂੰ ਕੱਟ ਹੈ, ਉੱਥੋਂ ਮੁੜਨਾ ਸੀ। ਪੁਲਿਸ ਸਾਨੂੰ ਕਹਿ ਰਹੀ ਸੀ ਵੀ ਤੁਸੀਂ ਇੱਧਰ ਜਾਓ, ਰਿੰਗ ਰੋਡ ਨੂੰ ਸਾਨੂੰ ਆਪ ਕਹਿ ਰਹੀ ਸੀ ਰਿੰਗ ਰੋਡ ਨੂੰ ਜਾਓ, ਦੂਸਰੇ ਪਾਸੇ ਜਿਹੜਾ ਸਾਡਾ ਰੂਟ ਸੀ ਉਸ ਪਾਸਿਓਂ ਸਾਨੂੰ ਰੋਕ ਰਹੀ ਸੀ, ਸਾਰੇ ਅੱਗੇ ਹੋਏ ਖੜੇ ਸੀ। ਮੈਂ ਖੁਦ ਉੱਥੇ ਘੰਟਾ ਖੜ ਕੇ ਬੜਾ ਕੋਸ਼ਿਸ਼ ਕੀਤੀ, ਕਿਉਂਕਿ ਉਹਨਾਂ ਦਾ ਵੈਲ ਪਲਾਨਡ ਸੀਗਾ ਸਰਕਾਰ ਵਾਲਿਆਂ ਦਾ। ਉੱਥੇ ਕੁਝ ਸਾਦਾ ਕੱਪੜਿਆਂ ਵਿੱਚ ਸਾਨੂੰ ਕਿਸੇ ਨੇ ਦੱਸਿਆ ਪੁਲਿਸ ਦੇ ਸਿਪਾਹੀ ਵੀ ਸੀ ਜਿਹੜੇ ਸਾਨੂੰ ਗਦਾਰ ਕਹਿ ਰਹੇ ਸੀ, ਜਿਹੜੇ ਨਹੀਂ ਜਾਂਦੇ ਲਾਲ ਕਿਲੇ ਵੱਲੋਂ, ਗਦਾਰ ਨੇ, ਇਦਾਂ ਦੀਆਂ ਗੱਲਾਂ ਵੀ ਕਰਦੇ ਸੀ। ਪਰ ਅਸੀਂ ਉਹਨਾਂ ਦੀਆਂ ਗੱਲਾਂ ਦੀ ਪਰਵਾਹ ਨਹੀਂ ਕੀਤੀ, ਅਸੀਂ ਆਪਣੇ ਭਾਈਚਾਰੇ ਨੂੰ ਕਿਹਾ ਵੀ ਜਿਹੜਾ ਆਪਣਾ ਤੈਅਸ਼ੁਦਾ ਰੂਟ ਹੈ, ਡਿਸਿਪਲਿਨਡ ਸਿਪਾਹੀ ਵਾਂਗ ਉਧਰ ਨੂੰ ਚੱਲੋ। ਤੇ ਬਹੁਤ ਕੋਸ਼ਿਸ਼ ਦੇ ਬਾਵਜੂਦ 2 ਘੰਟੇ ਇਦਾਂ ਦੀ ਬਹਿਸ ਕਰਨ ਦੇ ਬਾਵਜੂਦ ਜਦੋਂ ਇੱਕ ਉੱਥੇ ਜਾਮ ਲੱਗ ਗਿਆ ਤਾਂ ਪਿੱਛੇ ਆ ਕੇ ਸਾਨੂੰ ਸਾਰਿਆਂ ਨੂੰ ਕਹਿਣਾ ਪਿਆ ਤੁਸੀਂ ਵਾਪਸ ਮੁੜੋ, ਅੱਗੇ ਹਾਲਾਤ ਖਰਾਬ ਨੇ। ਔਰ ਅਸੀਂ ਉਸੇ ਵੇਲੇ ਆਪਣਾ ਜਿਹੜਾ ਟਰੈਕਟਰ ਮਾਰਚ ਸੀ ਉਹ ਘੱਟੋ ਘੱਟ 72 ਘੰਟੇ ਚੱਲਣਾ ਸੀ, ਅਸੀਂ ਉਹ ਵਾਪਸ ਲੈ ਲਿਆ। ਰਾਜੇਵਾਲ ਤੁਹਾਡਾ ਹੁਣ ਤੱਕ ਰਾਜੇਵਾਲ ਸਾਹਿਬ ਇੱਕ ਸਵਾਲ, ਤੁਹਾਡਾ ਅੰਦੋਲਨ ਹੁਣ ਤੱਕ ਪੂਰੀ ਤਰੀਕੇ ਨਾਲ ਪੋਲੀਟੀਕਲ ਫ੍ਰੀ ਰਿਹਾ ਹੈ, ਤੁਸੀਂ ਕਿਸੇ ਵੀ ਰਾਜਨੀਤਿਕ ਪਾਰਟੀ ਦੇ ਬੁਲਾਰੇ ਨੂੰ ਅੱਗੇ ਆਣ ਨਹੀਂ ਦਿੱਤਾ, ਲੇਕਿਨ ਰਕੇਸ਼ ਟਕੈਤ ਦੇ ਮੰਚ ਤੇ ਹੁਣ ਸਾਰੇ ਲੀਡਰ ਜਿਹੜੇ ਸਾਰੀ ਪਾਰਟੀਆਂ ਦੇ ਲੀਡਰ ਉੱਥੇ ਜਾ ਰਹੇ ਨੇ, ਕੀ ਉਹ ਐਕਸੈਪਟੇਬਲ ਹੋਏਗਾ ਕਿ ਸਾਰੀ ਪਾਰਟੀ ਇਸ ਕਰੀ ਅਸੀਂ ਸਮਰਥਨ ਦੇ ਰਹੇ ਹਾਂ, ਦਵਿੰਦਰ ਹੁੱਡਾ ਹੋਏ ਜਾਂ ਆਪਣਾ ਹੋਰ ਪਾਰਟੀਆਂ ਦੇ ਲੀਡਰ ਹੁਣ ਸਾਰੇ ਉੱਥੇ ਜਾ ਰਹੇ, ਕੀ ਉਹ ਐਕਸੈਪਟੇਬਲ ਹੈਗਾ ਕਿ ਉਹ ਤੁਸੀਂ ਪੋਲੀਟੀਕਲ ਪਾਰਟੀ ਨੂੰ ਉੱਥੇ ਬੁਲਾਉਣ ਦੇ ਹੱਕ ਦੇ ਵਿੱਚ ਹੋ? ਨਹੀਂ, ਬੜਾ ਸਪਸ਼ਟ ਹੈ, ਅਸੀਂ ਕਿਸੇ ਨਾਲ ਸਟੇਜ ਸ਼ੇਅਰ ਨਹੀਂ ਕਰਦੇ, ਉਹ ਆਉਂਦੇ ਨੇ ਸਾਰੇ ਆ ਕੇ ਸਪੋਰਟ ਵਰਬਲੀ ਡਿਕਲੇਅਰ ਕਰਕੇ ਜਾਂਦੇ ਨੇ, ਅਸੀਂ ਸਟੇਜ ਤੋਂ ਕਿਸੇ ਨੂੰ ਨਹੀਂ ਬੁਲਾਉਂਦੇ, ਸਾਡੀ ਉਹੀ ਪਾਲਿਸੀ ਚੱਲਦੀ ਹੈ। ਰਾਜੇਵਾਲ ਸਾਹਿਬ ਜਿਸ ਤਰ੍ਹਾਂ ਦੇ ਵਿੱਚ ਬਾਰ-ਬਾਰ ਗੱਲ ਕੀਤੀ ਜਾ ਰਹੀ ਹੈ, ਇੱਕ ਤਾਂ ਪਹਿਲਾਂ ਇਹ ਗੱਲ ਚੱਲੀ ਸੀ ਕਿਉਂਕਿ ਦਿੱਲੀ ਦੇ ਲੋਕਾਂ ਨੇ ਸਪਸ਼ਟ ਕਰਤਾ ਕਿ ਵੀ ਰੂਟ ਵਾਕਈ ਜਿਹੜਾ ਦਿੱਤਾ ਗਿਆ ਸੀ ਉਹ ਕਿਸਾਨਾਂ ਨਾਲ ਧੋਖਾ ਹੋਇਆ, ਲੋਕਲ ਸੀਗੇ ਉਹ ਵੀ ਇਸ ਗੱਲ ਨੂੰ ਮੰਨਣ ਲੱਗੇ, ਹੁਣ ਵੀਡੀਓ ਨੂੰ ਆਉਣ ਲੱਗੀਆਂ। ਦੂਜੀ ਗੱਲ ਹੈਗੀ ਕਿ ਜਿਹੜਾ ਤੁਸੀਂ ਬਾਰ-ਬਾਰ ਜਿਹੜੀ ਅੱਗੇ ਰਣਨੀਤੀ ਨੂੰ ਕਿਸਾਨ ਵਾਪਸ ਆ ਗਏ ਹੈ, ਹੁਣ ਅਗਲੇ ਰਣਨੀਤੀ ਕਰਨ ਵਾਸਤੇ ਕੁਝ ਇਹ ਚਿੰਤਾ ਕਰ ਰਹੇ ਕਿ ਪੁਨਰ ਗਠਨ ਕਰ ਰਹੇ ਹੋ ਕੁਝ ਆਪਣੀ ਮੋਰਚੇ ਦਾ, ਉਹਨੂੰ ਤੁਸੀਂ ਕਿਵੇਂ ਅੱਗੇ ਲੈ ਕੇ ਜਾਓਗੇ? ਕਿਉਂਕਿ ਬਾਰ-ਬਾਰ ਲੋਕਾਂ ਸਵਾਲ ਹੈ ਕਿ ਸ਼ਾਇਦ ਵੀ ਖਤਮ ਹੋ ਗਿਆ, ਕੁਝ ਕਹਿੰਦੇ ਵਾਪਸ ਆ ਰਹੇ ਹੈ, ਕੁਝ ਕਿਵੇਂ ਭਰਮ ਨੂੰ ਕਿਵੇਂ ਦੂਰ ਕਰੋਗੇ? ਨਹੀਂ, ਉਹ ਸਿਰਫ ਤੇ ਸਿਰਫ ਇਸ ਕਰਕੇ ਹੈ ਵੀ ਨੈਟ ਬੰਦ ਹੈ, ਇੱਕ ਤਰਫਾ ਜਾਣਕਾਰੀ ਲੋਕਾਂ ਨੂੰ ਪਰੋਸੀ ਜਾ ਰਹੀ ਹੈ, ਸਾਡੀ ਜਾਣਕਾਰੀ ਲੋਕਾਂ ਨੂੰ ਨਹੀਂ ਜਾ ਰਹੀ। ਔਰ ਇਹ ਵੀ ਗਲਤ ਹੈ ਵੀ ਜਿਹੜੇ ਲੋਕ ਕਹਿੰਦੇ ਨੇ ਵੀ ਪਤਾ ਨਹੀਂ ਉਹ ਜਿਹੜਾ ਰੂਟ ਸੀ ਉਹ ਗਲਤ ਸੀ। ਦੇਖੋ ਸਾਡੀ ਪਾਲਿਸੀ ਇਹ ਸੀ ਵੀ ਵੱਧ ਤੋਂ ਵੱਧ
ਆਮ ਲੋਕਾਂ ਦੇ ਵਿੱਚ ਹੀ ਅਸੀਂ ਸੜਕਾਂ ਤੇ ਭਜਾ ਕੇ ਨਾ ਟਰੈਕਟਰ ਚਲਾਈਏ। ਮੈਨੂੰ ਗੱਲ ਪੂਰੀ ਕਰ ਲੈਣ ਦਿਓ। ਅਸੀਂ ਸੜਕਾਂ ਤੇ ਟਰੈਕਟਰ ਨਾ ਭਜਾਈਏ, ਅਸੀਂ ਲੋਕਾਂ ਦੇ ਵਿੱਚ ਹੀ ਜਾਈਏ। ਸਾਨੂੰ ਵੀ ਪਤਾ ਲੱਗੇਗਾ ਦਿੱਲੀ ਦੇ ਲੋਕ ਕਿੰਨਾ ਪਿਆਰ ਕਰਦੇ ਨੇ। ਔਰ ਲੋਕਾਂ ਨੇ ਏਡੀ ਵੱਡੀ ਪੱਧਰ ਤੇ ਗੇਟ ਲਾਏ ਸੀ, ਕਿਤੇ ਲੰਗਰ ਲਾਏ ਸੀ, ਕਿਤੇ ਮਠਾਈ ਵੰਡ ਰਹੇ ਸੀ। ਉਹ ਸਾਰਾ ਕੁਝ ਇਸ ਇਨਸੀਡੈਂਟ ਦੀ ਵਜ੍ਹਾ ਕਰਕੇ ਸਾਨੂੰ ਜਦੋਂ ਕੈਂਸਲ ਕਰਨਾ ਪੈ ਗਿਆ, ਉਹ ਤਰਿਆ ਧਰਾਇਆ ਰਹਿ ਗਿਆ। ਇਦਾਂ ਦੀ ਕੋਈ ਗੱਲ ਨਹੀਂ ਵੀ ਸਾਨੂੰ ਰੂਟ ਉਹਨਾਂ ਨੇ ਜਾਣ ਕੇ ਗਲਤ ਦਿੱਤਾ। ਅਸੀਂ ਕਨਫਰੰਟੇਸ਼ਨ ਨਹੀਂ ਸੀ ਚਾਹੁੰਦੇ। ਸਾਨੂੰ ਸਾਰੀ ਸਥਿਤੀ ਦਾ ਅੰਦਾਜ਼ਾ ਸੀ ਵੀ ਜੇ ਇੱਥੇ ਜਾਵਾਂਗੇ ਤੇ ਅੱਗੇ ਕਨਫਰੰਟੇਸ਼ਨ ਹੋਏਗੀ। ਸਾਡਾ ਨਿਸ਼ਾਨਾ ਕਿਉਂਕਿ ਪੀਸਫੁਲ ਅੰਦੋਲਨ ਨੂੰ ਰੱਖਣਾ ਹੈ, ਇਸ ਕਰਕੇ ਅਸੀਂ ਸੋਚ ਸਮਝ ਕੇ ਜਿਹੜੇ ਰੂਟ ਸੀ ਉਹ ਇਸ ਤਰ੍ਹਾਂ ਬਣਵਾਏ ਸੀ। ਲੈ ਹਾਂ, ਉਹ ਸਾਡੇ ਕੋਲ ਬਹੁਤ ਹੈ। ਸਾਰੇ ਰੂਟਾਂ ਤੇ ਸਾਡੇ ਕੋਲ ਵੀਡੀਓਜ਼ ਪਈ ਹੈ। 2014 ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਫਤਿਹ ਦਿਵਸ ਮਨਾਇਆ ਸੀ। ਉਦੋਂ ਵੀ ਲਾਲ ਕਿਲੇ ਤੇ ਕੇਸਰੀ ਰੰਗ ਦੇ ਜਾਂ ਨਿਸ਼ਾਨ ਸਾਹਿਬ ਇਦਾਂ ਦੀ ਜਿਹੜਾ ਚੜ੍ਹਦੀ ਕਲਾ ਦਾ ਪ੍ਰਤੀਕ ਆ ਉਹ ਲੱਗਾ ਸੀ। ਹੁਣ ਦੇਸ਼ ਭਰੋਂ ਦੇ ਕੇਸ ਦਰਜ ਕੀਤੇ ਜਾ ਰਹੇ ਨੇ, ਇਹਨੂੰ ਕਿਵੇਂ ਦੇਖਦੇ ਹੋ? ਦੇਖੋ ਜੀ, ਅਸੀਂ ਫੇਸ ਕਰਾਂਗੇ, ਕੋਈ ਗੱਲ ਨਹੀਂ। ਮੈਂ ਪਹਿਲਾਂ ਕਹਿ ਚੁੱਕਾ ਵੀ ਅੰਦੋਲਨਾਂ 'ਚ ਕੇਸ ਇਹ ਹੁੰਦੇ ਨੇ, ਹਾਰ ਨਹੀਂ ਪੈਂਦੇ ਹੁੰਦੇ। ਜਦੋਂ ਤੁਸੀਂ ਕਹਿੰਦੇ ਹੋ ਵੀ ਤੁਸੀਂ ਸਹੀ ਰੂਟ ਤੇ ਗਏ ਹੋ, ਤੇ ਫਿਰ ਜਿਹੜਾ ਦੀਪ ਸਿੱਧੂ ਸੀਗਾ ਜਾਂ ਫਿਰ ਪੰਧੇਰ ਸਾਹਿਬ ਹੁੰਦਾ, ਉਹ ਸੰਯੁਕਤ ਕਿਸਾਨ ਮੋਰਚੇ ਦਾ ਹਿੱਸਾ ਨਹੀਂ ਸੀ, ਤੇ ਆਮ ਦੇ ਸਾਰ ਬਿਆਨਬਾਜ਼ੀਆਂ ਕਿਉਂ ਨਹੀਂ ਹੋਈਆਂ ਵੀ ਇਹ ਉਹਨਾਂ ਦੇ ਸੰਯੁਕਤ ਕਿਸਾਨ ਮੋਰਚੇ ਦੇ ਹਿੱਸੇ ਨਹੀਂ ਤੇ ਅਸੀਂ ਸੰਯੁਕਤ ਕਿਸਾਨ ਮੋਰਚਾ ਜ਼ਾਬਤ 'ਚ ਰਿਹਾ ਤੇ ਸਾਡੇ ਨਾਲ ਗੱਲ ਜਿਹੜੀ ਹੈਗੀ ਹੈ, ਗੱਲ ਨੂੰ ਬਦਲੋ ਨਾ, ਗੱਲ ਖੇਤੀ ਕਾਨੂੰਨਾਂ ਦੀ ਕੀਤੀ ਜਾਵੇ, ਜਿਨ੍ਹਾਂ ਨੇ ਜੋ ਗਲਤ ਕੀਤਾ ਉਹਨਾਂ ਨਾਲ ਨਿਪਟਿਆ ਜਾਵੇ। ਆਉਂਦੇ ਸਾਰ ਦੀ ਕੋਈ ਡੈਡਲਾਈਨ ਦੱਸੋਗੇ ਤੁਹਾਡੇ ਮਨ ਵਿੱਚ ਕੀ ਹੈ, ਕਦੋਂ ਕਹਿਣਾ ਚਾਹੀਦਾ ਸੀ? ਅਸੀਂ ਰਾਤ ਤੱਕ ਆਪਣੇ ਲੋਕਾਂ ਨੂੰ ਸੰਭਾਲਦੇ ਰਹੇ। ਕੋਈ ਨੈਟ ਨਹੀਂ ਸੀ, ਕੁਝ ਨਹੀਂ ਸੀ। ਸਾਡਾ ਆਪੋ ਵਿੱਚ ਹੀ ਤਾਲਮੇਲ ਨਹੀਂ ਸੀ ਹੋ ਰਿਹਾ ਸਾਰੇ ਲੀਡਰਸ ਦਾ ਵੀ ਅਸੀਂ ਕਿੱਥੇ ਕਿਸੇ ਦਾ ਸਾਡਾ ਉਸ ਦਿਨ ਐਸੀ ਸਥਿਤੀ ਸੀ, ਸਾਡੇ ਤੇ ਸਭ ਤੋਂ ਵੱਡਾ ਭਾਰ ਸੀ ਵੀ ਮੈਕਸਿਮਮ ਲੋਕਾਂ ਨੂੰ ਆਪੋ ਆਪਣੇ ਟਿਕਾਣੇ ਪਹੁੰਚਾਇਆ ਜਾਏ। ਕਿਉਂਕਿ ਜਿਹੜੇ ਲੋਕ ਉੱਥੇ ਜਾਂਦੇ ਆ, ਮੈਂ ਇਹ ਮੰਨ ਕੇ ਤੁਰਦਾ ਹਮੇਸ਼ਾ, ਮੈਂ ਇੱਕ ਗੱਲ ਕਹਿਣਾ, ਸਾਡੀ ਇਖਲਾਕੀ ਜ਼ਿੰਮੇਵਾਰੀ ਹੈ ਵੀ ਉਹ ਸ਼ਾਂਤਮਈ ਰਹਿਣ। ਔਰ ਇਖਲਾਕੀ ਜ਼ਿੰਮੇਵਾਰੀ ਹੈ ਵੀ ਉਹ ਲੋਕ ਸਹੀ ਸਲਾਮਤ ਹੱਸਦੇ ਰਸਦੇ ਘਰ ਨੂੰ ਵਾਪਸ ਆਉਣ। ਅਸੀਂ ਕਿਸੇ ਦੇ ਧੀਆਂ ਪੁੱਤਾਂ ਨੂੰ ਮਰਵਾ ਕੇ ਆਪਣੀ ਲੀਡਰੀ ਚਮਕਾਉਣ ਵਾਲੇ ਨਹੀਂ, ਨਾ ਸਾਡਾ ਹੈਗਾ ਕੋਈ ਰਸਤਾ। ਤੇ ਅਸੀਂ ਉਸ ਦਿਨ ਰਾਤੀ 10 ਵਜੇ ਤੱਕ ਸਾਡਾ ਆਪੋ ਵਿੱਚ ਹੀ ਤਾਲਮੇਲ ਹੀ ਨਹੀਂ ਹੋ ਸਕਿਆ। ਅਸੀਂ ਕਿਹਨੂੰ ਕਹਿਣਾ ਸੀ ਜਦੋਂ ਉੱਥੇ ਹੈ ਹੀ ਨਹੀਂ, ਸਾਧਨੇ ਕੋਈ ਨਹੀਂ, ਨੈਟ ਨਹੀਂ, ਕੁਝ ਨਹੀਂ ਹੈ। ਨਹੀਂ, ਸਥਾਨਕ ਲੋਕ ਸਾਡੇ ਨਾਲ ਨੇ। ਖਾਪ ਪੰਚਾਇਤਾਂ ਨੇ ਪੰਚਾਇਤਾਂ ਇਕੱਠੀਆਂ ਕਰਕੇ ਮੀਟਿੰਗਾਂ ਕਰਕੇ ਸਾਡੇ ਵੱਲ ਨੂੰ ਰੁਖ ਮੋੜ ਲਿਆ। ਹਾਂ, ਜਿਹੜੇ ਕਰ ਰਹੇ ਨੇ ਉਹ ਸਰਕਾਰ ਦੇ ਤੇ ਭਾਜਪਾ ਦੇ ਬੰਦੇ ਨੇ, RSS ਦੇ ਬੰਦੇ ਨੇ। ਅਸੀਂ ਉਹਨਾਂ ਨੂੰ ਸਮਝਦੇ ਹਾਂ, ਅਸੀਂ ਆਇਡੈਂਟੀਫਾਈ ਵੀ ਕੀਤੇ ਹੋਏ ਆ। ਅਸੀਂ ਸਮਾਂ ਆਉਣ ਤੇ ਦੱਸ ਵੀ ਦਿਆਂਗੇ ਵੀ ਕਿਹੜੇ ਨੇ। क्या ਪੰਚਾਇਤਾਂ ਨੇ ਮਤਾ ਪਾਸ ਕੀਤਾ ਹੈਗਾ ਵੀ 1500 ਰੁਪਇਆ ਜੁਰਮਾਨਾ ਲੱਗੂਗਾ ਪੰਜਾਬ ਦੇ ਵਿੱਚੋਂ ਹਰੇਕ ਘਰ ਦੇ ਵਿੱਚ ਪਿੰਡ ਦੇ ਉੱਥੇ ਜਾਣ, ਸਿੰਘੂ ਬਾਰਡਰ ਜਾਣ ਜਾਂ ਗਾਜੀਪੁਰ ਜਾਣ। ਇਹ ਸਰਕਾਰ ਨੂੰ ਸਮਝਣਾ ਚਾਹੀਦਾ ਹੈ ਵੀ ਜੇ ਇੱਥੇ ਤੱਕ ਲੋਕਾਂ ਦੀਆਂ ਭਾਵਨਾਵਾਂ, ਸਰਕਾਰ ਕਾਹਦੇ ਵਾਸਤੇ ਹੁੰਦੀ ਹੈ? ਲੋਕਾਂ ਵਾਸਤੇ ਹੁੰਦੀ ਹੈ ਨਾ। ਇਹ ਸਰਕਾਰ ਲਈ ਸੋਚਣ ਦਾ ਮੌਕਾ ਹੈ, ਉਹਨੂੰ ਲੋਕਾਂ ਦੀਆਂ ਭਾਵਨਾਵਾਂ ਅਨੁਸਾਰ ਛਾਪੇ ਪਏ ਨੇ ਜੀ ਗੋਦਾਮਾਂ ਦੇ ਉੱਤੇ, ਪੰਜਾਬ ਦੇ ਵਿੱਚ 40 ਗੋਦਾਮਾਂ ਦੇ ਉੱਤੇ ਤੇ ਹਰਿਆਣਾ 'ਚ 10 ਗੋਦਾਮਾਂ ਦੇ ਉੱਤੇ, ਉਹਨੂੰ ਕਿਵੇਂ? ਦੇਖੋ ਜੀ, ਮੈਨੂੰ ਨਹੀਂ ਪਤਾ ਉੱਥੇ ਜੋ ਹੈਗਾ ਸੱਚਾਈ ਕੀ ਹੈ, ਮੈਂ ਨਹੀਂ ਉਹਦੇ ਬਾਰੇ ਕੁਝ ਕਹਿ ਸਕਦਾ। ਲੇਕਿਨ ਇੱਕ ਜ਼ਰੂਰ ਹੈ, ਜਿਸ ਤਰ੍ਹਾਂ NIA ਦੇ ਨੋਟਿਸ, ਇਹ ਸਾਰਾ ਕੁਝ ਸਾਨੂੰ ਜਿਹੜੇ ਲੋਕ ਸਾਡੇ ਹਮਦਰਦ ਨੇ ਉਹਨਾਂ ਨੂੰ ਡਰਾਉਣ ਦੀਆਂ ਕਾਰਵਾਈਆਂ ਨੇ। ਇੱਕ ਬੜੀ ਮਾੜੀ ਗੱਲ, ਇੱਕ ਫਿਲਮ ਕੱਲ ਵੀਡੀਓ ਚੱਲੀ ਸੀ ਆ ਕੇ ਤੇ ਇੱਕ ਬਾਰਡਰ ਦੇ ਉੱਪਰ 2-3 ਟਰੱਕ ਜਿਹੜੇ ਨੇ ਪੱਥਰ ਸੁੱਟੇ ਜਾ ਰਹੇ ਨੇ। ਟਿਕਰੀ ਬਾਰਡਰ ਤੇ ਸ਼ਰਿਆਮ ਲੱਗ ਰਿਹਾ ਕਿ ਲੋਕੀਆਂ ਨੂੰ ਕਿ ਪੜਤਾਲ ਵਾਸਤੇ ਜਾਂ ਲੋਕੀ ਇਸਤੇਮਾਲ ਕਰਨ। ਕੱਲ ਵੀਡੀਓ ਇਹ ਵੀ ਆਈ ਹੈ ਕਿ ਉਹਨਾਂ ਨੂੰ ਲੋਕੀ ਮਾਰਤਾ ਤੇ ਪੱਥਰ ਮਾਰ ਦਿੱਤੇ ਤੇ ਪੁਲਿਸ ਕੋਲ ਖੜੀ ਹੈ। ਤੁਹਾਨੂੰ ਕਿਵੇਂ ਲੱਗਦਾ ਕੋਈ ਕਿ ਬਹੁਤ ਵੱਡਾ ਕੋਈ ਪਲਾਨ ਜਾਂ ਸਾਜ਼ਿਸ਼ ਤੁਹਾਨੂੰ ਵੀ ਲੱਗਦਾ? ਬਿਲਕੁਲ ਅਸੀਂ ਚੌਕਸ ਹਾਂ। ਸਾਨੂੰ ਪਤਾ ਹੈ ਵੀ ਸਰਕਾਰ ਸਾਨੂੰ ਪ੍ਰਵੋਕ ਕਰਕੇ ਉੱਥੇ ਹਿੰਸਾ ਫੈਲਾਉਣੀ ਚਾਹੁੰਦੀ ਹੈ, ਪਰ ਅਸੀਂ ਹਿੰਸਕ ਨਹੀਂ ਹੋਵਾਂਗੇ। ਅਸੀਂ ਸਾਰਿਆਂ ਨੂੰ ਕਹਿ ਦਿੱਤਾ ਹੋਇਆ ਆਪਣੇ ਕੇਡਰ ਨੂੰ। ਟਿਕਰੀ ਬਾਰਡਰ ਦੀ ਜਿਹੜੀ ਸਟੇਜ ਸੀਗੀ, ਸਟੇਜ ਦੀ ਐਨ ਬੈਕ ਸਾਈਡ ਤੇ ਇੱਕ
ਦਿਨ ਪਹਿਲਾਂ ਹੀ 2 ਟਰੱਕ ਪੱਥਰਾਂ ਦੇ ਸਟਾ ਦਿੱਤੇ ਜਾਂਦੇ ਨੇ। ਕਿਸ ਤਰ੍ਹਾਂ ਇਹਨੂੰ ਤੁਸੀਂ ਦੇਖਦੇ ਹੋ ਵੀ ਇਹ ਸਾਰੀਆਂ ਕਨਸਪੀਰੇਸੀਆਂ ਰੱਖੀਆਂ ਜਾ ਰਹੀਆਂ? ਇਹ ਸਾਰਾ ਕੁਝ ਤੁਸੀਂ ਆਪ ਸਮਝਦੇ ਹੋ, ਇਹ ਇੱਕ ਸਾਜ਼ਿਸ਼ ਦਾ ਹਿੱਸਾ ਹੈ, ਪਰ ਅਸੀਂ ਉਹਦੇ ਨਾਲ ਹੋਰ ਚੌਕਸ ਹੋਈ ਜਾਂਦੇ ਹਾਂ ਤਾਂ ਕਿ ਉੱਥੇ ਹਿੰਸਾ ਨਾ ਫੈਲੇ। ਖਬਰਾਂ ਨੇ ਕਿ ਪੰਜਾਬ ਦੇ ਜਿਹੜੇ ਕਿਸਾਨ ਨੇ 100 ਤੋਂ ਵੱਧ ਮਿਸਿੰਗ ਹੈਗੇ ਨੇ, ਨਾ ਦਿੱਲੀ ਸਰਕਾਰ ਸਟੈਂਡ ਕਰੀ ਹੈ ਨਾ ਮੋਦੀ ਸਰਕਾਰ। ਨਹੀਂ, ਇਹ ਬਿਲਕੁਲ ਠੀਕ ਹੈ। ਅਸੀਂ ਲੱਗੇ ਹੋਏ ਉਹਨਾਂ ਦੇ ਮਗਰ, ਰੋਜ਼ ਪੁੱਛਦੇ ਹਾਂ ਉਹਨਾਂ ਨੂੰ ਵੀ ਸਾਡੇ ਕੋਲ ਜਿੰਨੀਆਂ ਲਿਸਟਾਂ ਆਈ ਜਾਂਦੀਆਂ ਅਸੀਂ ਪੁੱਛਦੇ ਹਾਂ ਵੀ ਇਹਨਾਂ ਦਾ ਸਾਨੂੰ ਥੋ ਪਤਾ ਦੱਸੋ। ਰਾਜੇਵਾਲ ਸਾਹਿਬ, ਇੱਕ ਸਵਾਲ ਹੈ, ਮੁੱਖ ਮੰਤਰੀ ਪੰਜਾਬ ਵੱਲੋਂ ਕਿਹਾ ਗਿਆ ਹੈ ਕਿ ਪਾਕਿਸਤਾਨ ਦੇ ਜਿਹੜੇ ਸਲੀਪਰ ਸੈੱਲ ਹੈ ਉਹ ਵੀ ਐਕਟਿਵ ਹੋਏ ਹੈ ਕਿਤੇ ਨਾ ਕਿਤੇ, ਜਿਹੜੇ ਇਨਫਲੋ ਆਫ ਡਰੋਨ ਜਿਹੜਾ ਹੈ ਉਹ ਇਹਦੇ ਵਿੱਚ ਬੜਿਆ ਹੈ। ਹਾਲਾਂਕਿ ਕਿਸਾਨਾਂ ਦਾ ਜਿਹੜਾ ਮੂਵਮੈਂਟ ਚੱਲ ਰਿਹਾ ਹੈ, ਜਿਹੜੀ ਅੰਦੋਲਨ ਚੱਲ ਰਿਹਾ ਉਹ ਸ਼ਾਂਤਮਈ ਤਰੀਕੇ, ਲੇਕਿਨ ਉਹਦਾ ਜਿਹੜਾ ਫਾਇਦਾ ਹੈ ਕਿਤੇ ਨਾ ਕਿਤੇ ਹੁਣ ਪਾਕਿਸਤਾਨ ਜਿਹੜਾ ਬੈਡ ਐਲੀਮੈਂਟ ਹੈ ਉਹ ਵੀ ਹੁਣ ਇੰਟਰਫੇਅਰ ਜਿਹੜਾ। ਦੇਖੋ, ਸਰਕਾਰ ਨੂੰ ਫੜਨੇ ਚਾਹੀਦੇ, ਪਰ ਮੈਂ ਤੁਹਾਨੂੰ ਆਪਣੀ ਦੱਸ ਸਕਦਾ, ਅਸੀਂ ਰੋਜ਼ ਜਿੱਦਾਂ ਪਿੰਡਾਂ 'ਚ ਠੀਕਰੀ ਪਹਿਰੇ ਲੱਗਦੇ ਆ, ਅਸੀਂ ਹਰ ਟਰਾਲੀ ਵਿੱਚੋਂ 2-2 ਕਿਸਾਨਾਂ ਦੀ ਠੀਕਰੀ ਪਹਿਰਾ ਲਾਉਂਦੇ ਆ। ਆਪੋ ਆਪਣੀ ਟਰਾਲੀ ਦਾ ਖਿਆਲ ਰੱਖਦੇ ਨੇ, ਆਪਣੇ ਆਲੇ ਦੁਆਲੇ ਦਾ ਖਿਆਲ ਰੱਖਦੇ ਨੇ। ਅਸੀਂ ਆਪਣੇ ਨਾਲ ਇਹ ਵੀ ਕਿਹਾ ਵੀ ਜਿਹਨੂੰ ਤੁਸੀਂ ਨਹੀਂ ਜਾਣਦੇ ਉਹਨੂੰ ਜਾਂ ਤਾਂ ਜਿਹੜੇ ਸਾਡੀ ਜਿਹੜੀ ਇੱਕ ਟੀਮ ਬਣਾਈ ਹੋਈ ਹੈ, ਉੱਥੇ ਜਿਹੜੇ ਬਣੇ ਨੇ ਸਾਡੇ ਵਲੰਟੀਅਰਸ ਨੇ, ਉਹਨਾਂ ਦੀ ਟੀਮ ਹੈ, ਉਹਨਾਂ ਦੇ ਹਵਾਲੇ ਕਰੋ। ਅਸੀਂ ਪੁੱਛਾਂਗੇ ਕਿ ਬਹੁਤ ਸਾਰੇ ਲੋਕਾਂ ਨੂੰ ਅਸੀਂ ਫੜ ਕੇ ਰੋਜ਼ ਪੁਲਿਸ ਦੇ ਹਵਾਲੇ ਕਰਦੇ ਹਾਂ, ਰੋਜ਼ ਹੁੰਦਾ ਹੈ। ਰਾਜੇਵਾਲ ਸਾਹਿਬ, ਜਿਸ ਤਰ੍ਹਾਂ ਗਾਜੀਪੁਰ ਦੇ ਵਿੱਚ ਕਿਸਾਨ ਲੀਡਰ ਜਿਹੜੇ ਲੀਡਰ ਵੀ ਨੇ ਜਾਂ ਪੋਲੀਟੀਕਲ ਲੀਡਰ ਹੁਣ ਜਾਣਾ ਸ਼ੁਰੂ ਹੋ ਗਏ ਨੇ, ਉੱਥੇ ਬੇਸ਼ੱਕ ਤੁਸੀਂ ਕਿਹਾ ਵੀ ਸਟੇਜ ਸਾਂਝੀ ਨਹੀਂ ਕੀਤੀ ਜਾਊਗੀ। ਇਸ ਤੋਂ ਪਹਿਲਾਂ ਜਿਹੜਾ ਟਿਕਰੀ ਬਾਰਡਰ ਹੈਗਾ ਜਾਂ ਸਿੰਘੂ ਬਾਰਡਰ ਹੈ ਜਿੱਥੇ ਤੁਸੀਂ ਬੈਠੇ ਹੈਗੇ ਹੋ, ਜੇਕਰ ਪੰਜਾਬ ਤੋਂ ਵੀ ਕੋਈ ਪੋਲੀਟੀਕਲ ਲੀਡਰ ਆਉਂਦੇ ਨੇ ਤੇ ਤੁਹਾਡੇ ਸਾਹਮਣੇ ਬੈਠਣਾ ਚਾਹਣ ਤਾਂ ਉਹ ਬੈਠ ਸਕਦੇ ਨੇ। ਤੇ ਦੂਸਰਾ ਮੇਰਾ ਸਵਾਲ ਹੈ ਕਿ ਇਸੇ ਤਰ੍ਹਾਂ ਰਵਨੀਤ ਬਿੱਟੂ ਉੱਥੇ ਪਾਰਟਿਸਿਪੇਸ਼ਨ ਕਰਨ ਗਏ ਸੀਗੇ, ਉਹਨਾਂ ਦੇ ਥੱਪੜ ਮਾਰੇ ਗਏ, ਪੱਗ ਲਾ ਦਿੱਤੀ ਗਈ। ਨਹੀਂ, ਉਹ ਪਾਰਟਿਸਿਪੇਸ਼ਨ ਕਰਨ ਸਾਡੇ ਵਾਸਤੇ ਨਹੀਂ ਸੀ ਗਏ, ਉਹ ਤੁਹਾਨੂੰ ਜਾਣਕਾਰੀ ਨਹੀਂ। ਉਹ ਤਾਂ ਇੱਕ ਦਿੱਲੀ ਸ਼ਹਿਰ ਦੇ ਕੁਝ ਲੋਕਾਂ ਨੇ ਗੁਰੂ ਤੇਗ ਬਹਾਦਰ ਸਟੇਡੀਅਮ ਦੇ ਵਿੱਚ ਇੱਕ ਪਤਾ ਨਹੀਂ ਪਬਲਿਕ ਕੀ ਨਾਂ ਉਹਦਾ ਦਿੱਤਾ ਸੀ, ਪਬਲਿਕ ਜਨ ਸੰਸਦ, ਉਹਦੇ ਵਿੱਚ ਉਹ ਸ਼ਾਮਲ ਹੋਣ ਗਏ ਸੀ। ਉੱਥੇ ਉਹ ਪਤਾ ਨਹੀਂ ਕਿਹੜੇ ਲੋਕ ਸੀਗੇ, ਸਾਡੇ ਲੋਕ ਤਾਂ ਉੱਥੇ ਆਏ ਨਹੀਂ, ਸਾਡੇ ਤਾਂ ਬੈਰੀਅਰ ਲੱਗਿਆ। ਬੈਰੀਅਰ ਲੋਕ ਉੱਥੇ ਆਉਂਦੇ ਨੇ ਤਾਂ ਤੁਸੀਂ ਅਲਾਉ ਕਰੇਗੇ ਉਹ ਤੁਹਾਡੀ ਸਟੇਜ ਦੇ ਅੱਗੇ ਆਉਂਦੇ ਨੇ ਜਾਂ ਉਹ ਤੁਹਾਡੀ ਸਪੋਰਟ ਵਾਸਤੇ ਆਉਂਦੀਆਂ ਨੇ ਪੋਲੀਟੀਕਲ ਪਾਰਟੀਆਂ? ਨਹੀਂ, ਸਪੋਰਟ ਤੇ ਆਉਂਦੇ ਨੇ, ਸਪੋਰਟ ਡਿਕਲੇਅਰ ਕਰ ਦੇਣ ਬਸ, ਉਹਨਾਂ ਦੇ ਧੰਨਵਾਦੀਆਂ ਸੀ। ਅਦਰਵਾਈਜ਼ ਕਿਸਾਨਾਂ ਦਾ ਅੰਦੋਲਨ ਹੈ, ਇਹਨੂੰ ਕਿਸਾਨਾਂ ਦਾ ਰਹਿਣ ਦੇਣ। ਆ ਗਿਆ ਸਵਾਬ। ਅਸੀਂ ਲੱਗੇ ਹਾਂ ਇਸ ਕੰਮ 'ਚ, ਪਰ ਜਿੱਥੋਂ ਤੱਕ ਚੀਫ ਮਿਨਿਸਟਰ ਦੇ ਬਿਆਨ ਦਾ ਹੈ ਤਾਂ ਸਰਕਾਰ ਕਾਹਦੇ ਵਾਸਤੇ ਹੈ? ਸਰਕਾਰ ਰੋਕੇ, ਉਹਨਾਂ ਨੂੰ ਚੈੱਕ ਕਰੇ। ਰਾਜੇਵਾਲ ਸਾਹਿਬ, ਕੋਈ ਸੈਂਟਰ ਦੀ ਪ੍ਰਪੋਜ਼ਲ, ਰਾਜੇਵਾਲ ਸਾਹਿਬ ਕੋਈ ਪ੍ਰਪੋਜ਼ਲ ਸੈਂਟਰ ਦੀ ਆਉਂਦੀ ਹੈ ਜਿਹੜੀ ਗੱਲਬਾਤ ਦੀ, ਤਾਂ ਕੀ ਉਹਨਾਂ ਇਸ ਗੱਲ ਦੇ ਵਿਚਾਰ ਕਰਨਗੇ? ਦੇਖੋ, ਜਦੋਂ ਸਾਡੇ ਕੋਲ ਪ੍ਰਪੋਜ਼ਲ ਆਏਗੀ ਅਸੀਂ ਗੱਲਬਾਤ ਕਰਾਂਗੇ। ਅਸੀਂ ਗੱਲਬਾਤ ਤੋਂ ਤਾਂ ਭੱਜਦੇ ਨਹੀਂ। ਰਾਜੇਵਾਲ ਸਾਹਿਬ, ਕੱਲ ਸੁਖਪਾਲ ਸਿੰਘ ਖਹਿਰਾ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਦਾਅਵਾ ਕੀਤਾ ਗਿਆ ਕਿ ਜਿਹੜਾ ਕਿਸਾਨ ਉੱਥੇ ਜਿਹਦੀ ਡੈਥ ਹੋਈ ਸੀ ਆਈਟੀਓ ਚੌਕ ਤੇ, ਉਹਦੀ ਡੈਥ ਐਕਸੀਡੈਂਟ ਦੇ ਨਾਲ ਨਹੀਂ, ਉਹ ਗੋਲੀ ਲੱਗਣ ਨਾਲ ਹੋਈ। ਉਹਨਾਂ ਨੇ ਪੋਸਟਮਾਰਟਮ ਰਿਪੋਰਟ ਵੀ ਉਹਦੀ ਜਾਰੀ ਕੀਤੀ ਕਿ ਲੇਕਿਨ ਕਿਸਾਨ ਜਥੇਬੰਦੀਆਂ ਵੀ ਇਸ ਨੂੰ ਮੰਨਣ ਨੂੰ ਤਿਆਰ ਨਹੀਂ ਹੋ ਰਹੀ ਕਿ ਉਹਦੀ ਜਿਹੜੀ ਮੌਤ ਹੈ ਉਹ ਗੋਲੀ ਨਾਲ ਹੋਈ ਹੈ। ਕੀ ਤੁਹਾਡੇ ਨਾਲ ਕੋਈ ਉਹਦੇ ਪਰਿਵਾਰ ਵੱਲੋਂ ਕੋਈ ਸੰਪਰਕ ਕੀਤਾ ਗਿਆ ਜਾਂ ਤੁਸੀਂ ਉਹਨਾਂ ਵੱਲੋਂ ਸੰਪਰਕ ਕੀਤਾ ਉਹਨਾਂ ਨਾਲ, ਉਹਨਾਂ ਦੇ ਪਰਿਵਾਰਾਂ ਨਾਲ? ਨਹੀਂ, ਇਸ ਤਰ੍ਹਾਂ ਨਹੀਂ, ਸਾਡੇ ਨਾਲ ਸੰਪਰਕ ਕਿਸੇ ਨੇ ਕੀਤਾ ਨਹੀਂ। ਤੇ ਜੇ ਕਰਨਗੇ ਫਿਰ ਅਸੀਂ ਜੋ ਸਾਡੇ ਕੋਲੋਂ ਹੋਏਗੀ ਅਸੀਂ ਮਦਦ ਕਰਾਂਗੇ। ਤੁਹਾਡੇ ਕੋਲ ਹੁਣੇ ਤੱਕ ਕੀ ਜਾਣਕਾਰੀ ਹੈ ਕਿ ਉਹਦੀ ਡੈਥ ਕਿਸ ਤਰੀਕੇ ਨਾਲ ਹੋਈ ਹੈ? ਨਹੀਂ, ਹੈ ਨਹੀਂ ਕੋਈ ਜਾਣਕਾਰੀ, ਮੇਰੇ ਕੋਲ ਹੈ ਨਹੀਂ। ਤੇ ਰਾਜੇਵਾਲ ਸਾਹਿਬ, ਇੱਕ ਹੋਰ ਹੈਗਾ, ਲਗਾਤਾਰ ਸਵਾਲ ਇਹ ਆ ਰਹੇ ਨੇ ਜਿਹੜੀ ਯੂਨੀਅਨਾਂ ਨੂੰ ਇੱਕ ਨੌਜਵਾਨਾਂ ਦਾ ਵੀ ਅਲੱਗ ਤੋਂ ਕਮੇਟੀ ਬਣਾਉਣੀ ਚਾਹੀਦੀ ਹੈ। ਜਿਹੜੇ ਨੌਜਵਾਨ ਕੀ ਚਾਹੁੰਦੇ ਨੇ ਉਹ ਦੇਖਣ। ਉਹ ਕਹਿੰਦੇ ਵੀ ਜਿਹੜੇ ਆਗੂ ਚਾਹੁੰਦੇ ਨੇ, ਕਈ ਵਾਰ ਸੋਚ ਨਹੀਂ ਮੈਚ ਕਰ ਰਹੀ ਵੀ, ਪਰ ਅੱਜ ਦੇ ਨੌਜਵਾਨ ਕੀ ਚਾਹੁੰਦੇ, ਉਹਨਾਂ ਨੂੰ ਹੋਸ਼ ਦੇ ਵਿੱਚ ਰੱਖਣ ਲਈ ਨੌਜਵਾਨਾਂ ਨਾਲ ਐਸੀ ਕੋਈ ਗੱਲ ਨਹੀਂ, ਉੱਥੇ ਸਾਰਾ ਕੁਝ ਪੀਸਫੁਲ ਹੈ। ਨੌਜਵਾਨਾਂ ਨੂੰ ਮੈਂ ਜਦੋਂ ਉੱਠ ਕੇ ਸਟੇਜ ਤੋਂ ਅਪੀਲ ਕਰਦਾ, ਮੈਨੂੰ ਇਸ ਗੱਲ ਦੀ ਬਹੁਤ ਤਸੱਲੀ ਹੁੰਦੀ ਹੈ। ਮੇਰੇ ਕਹਿਣ ਤੇ ਬਾਅਦ ਮੈਂ ਇਸ ਗੱਲ 'ਚ ਮੈਨੂੰ ਬਹੁਤ ਖੁਸ਼ੀ ਹੈ, ਬਹੁਤ ਤਸੱਲੀ ਹੈ। ਇਸ ਅੰਦੋਲਨ ਨੇ 2-3 ਚੀਜ਼ਾਂ ਬਹੁਤ ਨਿਵੇਕਲੀਆਂ ਕੀਤੀਆਂ ਨੇ। ਮੈਂ ਉਹ ਸੋਸ਼ਲ ਮੀਡੀਆ ਤੇ ਬੜਾ ਕੁਝ ਹੁੰਦਾ, ਉਹਦੀ ਨਹੀਂ ਮੈਂ ਗੱਲ ਕਰਦਾ, ਮੈਂ ਗਰਾਊਂਡ ਰਿਐਲਿਟੀ ਦੀ ਗੱਲ ਕਰਦਾ। ਮੈਨੂੰ ਇਸ ਗੱਲ ਦੀ ਏਡੀ ਤਸੱਲੀ ਹੈ ਵੀ ਜਿਹੜੇ ਨੌਜਵਾਨ ਨੂੰ ਹੁਣ ਤੱਕ ਕਿਤੇ ਪੋਲੀਟੀਕਲ ਬਦਨਾਮ ਕਰਦੇ ਰਹੇ ਵੀ ਇਹ ਤਾਂ ਨਸ਼ੇੜੀ ਨੇ ਜੀ, ਇਹ ਤਾਂ ਪਤਾ ਨਹੀਂ ਕੀ ਕੁਛ ਨੇ, ਉਹ ਨੌਜਵਾਨ ਜਦੋਂ ਮੈਂ ਸਟੇਜ ਤੇ ਉਹਨਾਂ ਨੂੰ ਅਪੀਲ ਕਰਕੇ ਉਤਰਦਾ, ਮੈਨੂੰ ਰਸਤੇ 'ਚ ਮਿਲਦੇ ਨੇ। ਕਿਸੇ ਨੇ ਝਾੜੂ ਫੜਿਆ ਸਫਾਈ ਕਰਨ ਨੂੰ, ਕੋਈ
ਟ੍ਰੈਫਿਕ ਕੰਟਰੋਲ ਕਰ ਰਿਹਾ ਹੈ, ਕੋਈ ਲੰਗਰ 'ਚ ਸੇਵਾ ਕਰ ਰਿਹਾ ਹੈ, ਮੈਂ ਉਹਨਾਂ ਨੂੰ ਬਾਰ-ਬਾਰ ਸ਼ਾਬਾਸ਼ ਦਿੰਦਾ ਵੀ ਤੁਸੀਂ ਆਪਣਾ ਇੱਕ ਕਲੰਕ ਧੋਤਾ। ਰਾਸ਼ਟਰਪਤੀ ਦਾ ਕੱਲ ਭਾਸ਼ਣ ਹੋਇਆ ਹੈਗਾ ਪਾਰਲੀਮੈਂਟ ਦੇ ਵਿੱਚ ਤੇ ਕਿਸਾਨ ਅੰਦੋਲਨ ਬਾਰੇ ਉਹਨਾਂ ਨੇ ਨਹੀਂ ਬੋਲੇ, ਲੇਕਿਨ ਇਹ ਕਹਿੰਦਾ ਕਿ ਜਿਹੜੀਆਂ ਲਾਅ ਹੈਗੇ ਨੇ ਉਹ ਪੂਰੀ ਤਰ੍ਹਾਂ ਠੀਕ ਹੈਗੇ ਨੇ, ਕਿਸਾਨਾਂ ਦੇ ਹੱਕ ਦੇ ਵਿੱਚ ਹੈਗੇ ਨੇ, MSP ਅਸੀਂ ਦੇ ਚੁੱਕੇ ਹਾਂ। ਸਾਡੇ ਰਾਸ਼ਟਰਪਤੀ ਨੂੰ ਜੋ ਕੁਝ ਲਿਖ ਕੇ ਦੇ ਦਿੰਦੀ ਹੈ ਸਰਕਾਰ, ਉਹਨੇ ਤਾਂ ਪੜ੍ਹਨਾ ਹੁੰਦਾ ਹੈ ਤੇ ਉਹ ਆਪ ਤਾਂ ਵਿਚਾਰੇ ਲਿਖਦੇ ਨਹੀਂ। ਰਾਜਾ ਜੀ, ਇੱਕ ਵੀਡੀਓ ਵਾਇਰਲ ਹੋ ਰਹੀ ਹੈ ਸੋਸ਼ਲ ਮੀਡੀਆ ਤੇ, ਸ਼ੇਖ ਮੁਖੀ ਰਾਜਾ ਨਾਮ ਦੱਸਿਆ ਜਾ ਰਿਹਾ ਉਹਨਾਂ ਦਾ। ਉਹ ਕਹਿ ਰਹੇ ਕਿ ਸਾਨੂੰ ਧੱਕੇ ਨਾਲ ਬੁਲਵਾਇਆ ਗਿਆ, ਮੋਰਚੇ ਤੇ ਆ ਕੇ ਕਿਸਾਨਾਂ ਦੇ ਖਿਲਾਫ ਸਾਡੇ ਤੋਂ ਧੱਕੇ ਨਾਲ ਬੁਲਵਾਇਆ ਗਿਆ। ਕੀ ਮੋਰਚਾ ਉਸ ਚੀਜ਼ ਨੂੰ ਲੈ ਕੇ ਕੋਈ ਨੋਟਿਸ ਜਾਰੀ ਕਰ ਰਿਹਾ ਜਾਂ ਕੋਈ ਉੱਤੇ ਸੋਚ ਵਿਚਾਰ ਹੋ ਰਹੀ ਹੈ? ਇਹ ਤੁਸੀਂ ਸਾਰੇ ਦੇਖੋ, ਤੁਹਾਡਾ ਕੰਮ ਵੀ ਤਾਂ ਇਹੀ ਹੈ। ਨਹੀਂ, ਉਹਨਾਂ ਦਾ ਕਹਿ ਰਹੇ ਕਿ ਉਹ ਸਾਡੇ ਤੋਂ ਧੱਕੇ ਨਾਲ ਬੁਲਵਾਇਆ ਗਿਆ। ਇਹ ਫਿਰ ਸਮਾਜ ਦੇਖੇ, ਅਸੀਂ ਸਾਨੂੰ ਆਪਣਾ ਕੰਮ ਕਰ ਲੈਣ ਦਿਓ, ਹਾਲੇ ਇਹਨੂੰ ਪੀਸਫੁਲ ਰੱਖ ਕੇ ਅੰਦੋਲਨ ਨੂੰ ਅੱਗੇ ਵਧਣ ਦਿਓ। ਦੇਖੋ ਜੀ, ਇੱਕ ਵਾਰੀ ਸਾਰਿਆਂ ਨੂੰ ਝਟਕਾ ਲੱਗਿਆ, ਬਹੁਤ ਅਸੀਂ ਸਾਰੇ ਇੱਕ ਤਰ੍ਹਾਂ ਸਦਮੇ 'ਚ ਸੀ, ਕਿਉਂਕਿ ਜਿਹੜਾ ਕਦੇ ਸੋਚਿਆ ਨਹੀਂ, ਲਾਲ ਕਿਲ੍ਹਾ ਦੇਸ਼ ਦੀ ਸ਼ਾਨ ਹੈ, ਅਸੀਂ ਤਾਂ ਕਦੇ ਸੋਚਿਆ ਵੀ ਨਹੀਂ ਸੀ। ਅਸੀਂ ਪਹਿਲਾਂ ਹੀ ਕਹਿ ਦਿੱਤਾ ਸੀ, ਜਿਹੜੇ ਲੋਕ ਇੱਧਰੋਂ ਉੱਧਰੋਂ ਬਿਆਨ ਆਉਂਦੇ ਸੀ ਵੀ ਅਸੀਂ ਲਾਲ ਕਿਲ੍ਹੇ ਤੇ ਜਾਵਾਂਗੇ, ਅਸੀਂ ਪਾਰਲੀਮੈਂਟ ਜਾਵਾਂਗੇ, ਅਸੀਂ ਫਲਾਣੇ ਤੋਂ ਜਾਵਾਂਗੇ, ਅਸੀਂ ਉਚੇਚੇ ਤੌਰ ਤੇ ਬਾਰ-ਬਾਰ ਕਹਿੰਦੇ ਰਹੇ ਵੀ ਸਾਡਾ ਕੋਈ ਪ੍ਰੋਗਰਾਮ ਨਹੀਂ ਲਾਲ ਕਿਲ੍ਹੇ ਤੇ ਜਾਣ ਦਾ, ਸਾਡਾ ਕੋਈ ਪ੍ਰੋਗਰਾਮ ਨਹੀਂ ਪਾਰਲੀਮੈਂਟ ਵਿੱਚ ਜਾਣ ਦਾ, ਸਾਡਾ ਪ੍ਰੋਗਰਾਮ ਪੀਸਫੁਲ ਅੰਦੋਲਨ ਹੈ, ਅਸੀਂ ਜਿਹੜੇ ਰੂਟ ਦੇ ਦਿੱਤੇ ਅਸੀਂ ਉੱਥੇ ਹੀ ਜਾਵਾਂਗੇ। ਤੇ ਲੇਕਿਨ ਫਿਰ ਵੀ ਜੋ ਕੁਝ ਵਾਪਰਿਆ ਉਹਦੇ ਨਾਲ ਕੁਦਰਤੀ ਹੈ, ਝਟਕਾ ਤਾਂ ਲੱਗਣਾ ਸੀ, ਪਰ ਉਹ ਸਾਰਾ ਉਹਦਾ ਅਸਰ 1-1.5 ਦਿਨ ਰਿਹਾ। ਉਹਦੇ ਬਾਅਦ ਜਦੋਂ ਦੁਬਾਰਾ ਲੋਕਾਂ ਨੇ ਮੋੜਾ ਪਾਇਆ, ਹੁਣ ਉੱਥੇ ਫਿਰ ਉਹੀ ਪਹਿਲੇ ਵਾਲੀ ਸਥਿਤੀ ਬਹਾਲ ਹੋ ਗਈ, ਔਰ ਮੈਨੂੰ ਲੱਗਦਾ ਹੈ ਬਈ 2 ਤਰੀਕ ਤੱਕ ਸਥਿਤੀ ਐਸੀ ਹੋ ਜਾਏਗੀ ਜਿੰਨੇ ਲੋਕ ਪਹਿਲਾਂ ਗਏ ਨੇ, ਸ਼ਾਇਦ ਉਦੋਂ ਕਈ ਗੁਣਾ ਵੱਧ ਉੱਥੇ ਪਹੁੰਚ ਜਾਣਗੇ। ਪੰਜਾਬ ਤੇ ਹਰਿਆਣਾ ਦੇ ਲੋਕਾਂ ਨੂੰ ਕੀ ਅਪੀਲ ਕਰੇਗੀ? ਉਹ ਪੰਜਾਬ ਤੇ ਹਰਿਆਣਾ ਦੇ ਜਿਹੜੇ ਲੋਕ ਨੇ ਕੀ ਐਸਟੀਮੇਟ ਹੋਊਗਾ ਉਹਦਾ? ਕੀ ਦੇਖੋ ਜੀ, ਪੰਜਾਬ ਔਰ ਹਰਿਆਣੇ ਦੇ ਲੋਕ ਜਿਹੜੇ ਨੇ ਦੋਵੇਂ ਭਰਾ ਨੇ। ਪੰਜਾਬ, ਹਰਿਆਣਾ, ਹਿਮਾਚਲ ਕਿਸੇ ਵੇਲੇ ਇੱਕੋ ਪੰਜਾਬ ਰਿਹਾ ਆਜ਼ਾਦੀ ਤੋਂ ਬਾਅਦ। ਸਾਡੀ ਕਲਚਰ ਮਿਲਦੀ ਹੈ, ਸਾਡੀਆਂ ਬਹੁਤ ਸਾਰੀਆਂ ਸਾਂਝਾਂ ਨੇ। ਮੈਂ ਉਹਨਾਂ ਨੂੰ ਸਾਰਿਆਂ ਨੂੰ ਅਪੀਲ ਕਰਾਂਗਾ, ਹਰਿਆਣੇ ਵਾਲਿਆਂ ਨੂੰ ਖਾਸ ਤੌਰ ਤੇ, ਉਹ ਨੇੜੇ ਬੈਠੇ ਨੇ, ਜਿਸ ਤਰ੍ਹਾਂ ਉੱਥੇ ਦੁੱਧ ਵਗੈਰਾ ਰਾਸ਼ਨ ਨੂੰ ਪਹੁੰਚਾਉਂਦੇ ਨੇ ਹਰਿਆਣੇ ਵਾਲੇ ਹਰ ਰੋਜ਼, ਇੱਥੋਂ ਜਾਂਦਾ ਪੰਜਾਬ ਚੋਂ ਵੀ, ਪਰ ਪੰਜਾਬ ਚੋਂ ਜਿਹੜਾ ਰਾਸ਼ਨ ਜਾਂਦਾ ਉਹ ਉਹਨਾਂ ਨਹੀਂ ਜਿੰਨਾ ਹਰਿਆਣੇ ਚੋਂ ਜਾਂ ਉਧਰ ਗਾਜ਼ੀਪੁਰ ਬਾਰਡਰ ਤੇ ਯੂਪੀ ਵੱਲੋਂ ਆਉਂਦਾ ਹੈ। ਜਿਹੜੇ ਲੋਕਲ ਲੋਕ ਦਿੰਦੇ ਨੇ ਉਹਨਾਂ ਲਈ ਧੰਨਵਾਦੀ ਹਾਂ, ਪਰ ਨਾਲ ਹੀ ਅਪੀਲ ਉਹਨਾਂ ਨੂੰ ਇਹ ਹੈ ਬਈ ਉਹ ਮੋਹਰੀ ਹੋ ਕੇ ਆਪਣਾ ਰੋਲ ਨਿਭਾਉਣ ਔਰ ਸ਼ਾਂਤਮਈ ਰਹਿਣ ਵਾਸਤੇ ਥਾਂ ਥਾਂ ਅਪੀਲ ਕਰਨ। ਉਹ ਵੀਡੀਓ ਉਹ ਜਦੋਂ ਅਸੀਂ ਦੁਬਾਰਾ ਕੋਈ ਅਨਾਉਂਸ ਕਰਾਂਗੇ ਬਕਾਇਦਾ ਤੁਹਾਨੂੰ ਦੱਸਾਂਗੇ। ਔਰ ਨਹੀਂ, ਉਹ ਰੋਜ਼ ਜੋ ਕੁਝ ਅਸੀਂ ਮੀਟਿੰਗ ਡਿਸਕਸ ਕਰਦੇ ਹਾਂ, ਰੋਜ਼ ਪੀਸੀ ਕਰਕੇ ਅਸੀਂ ਡਿਕਲੇਅਰ ਕਰਦੇ ਹਾਂ। ਵੀਡੀਓ ਬਾਰੇ ਉਹ ਮੇਰਾ ਜਿਹੜਾ ਬਿਆਨ ਸੀ, ਜੋ ਅਗਲਾ ਔਰ ਪਿਛਲਾ ਪੋਰਸ਼ਨ ਕੱਟ ਕੇ ਜਿਹੜਾ ਬੀਜੇਪੀ ਦਾ IT ਸੈੱਲ ਹੈ ਉਹਨਾਂ ਨੇ ਸ਼ਰਾਰਤ ਨਾਲ ਦੁਫੇੜ ਪਾਉਣ ਵਾਸਤੇ ਜਾਰੀ ਕੀਤਾ, ਉਹਦਾ ਹਰਿਆਣੇ 'ਚ ਹੁਣ ਕੋਈ ਅਸਰ ਨਹੀਂ, ਔਰ ਸਾਰੇ ਹਰਿਆਣੇ ਵਾਲੇ ਮੋਹਰੀ ਹੋ ਕੇ ਉੱਥੇ ਰੋਲ ਨਿਭਾ ਰਹੇ ਨੇ। ਰਾਜੇਵਾਲ ਸਾਹਿਬ, ਹਰਿਆਣਾ ਸਰਕਾਰ ਨੇ ਸਾਰੇ ਟੋਲ ਦੁਬਾਰਾ ਬਹਾਲ ਕਰਨ ਦੀ ਜਿਹੜੀ ਕੋਸ਼ਿਸ਼ਾਂ ਸ਼ੁਰੂ ਕੀਤੀਆਂ, ਕਈ ਟੋਲ ਸ਼ੁਰੂ ਵੀ ਕਰਾ ਦਿੱਤੇ ਹੈ। ਕੀ ਦੁਬਾਰਾ ਕਿਸਾਨ ਉੱਥੇ ਜਾ ਕੇ ਬੈਠਣਗੇ, ਟੋਲ ਫ੍ਰੀ ਕਰਾਣਗੇ ਲੋਕ? ਉਹ ਹਰਿਆਣੇ ਵਾਲੇ ਫੈਸਲਾ ਲੈਣਗੇ, ਪਰ ਮੈਂ ਰਾਤੀ ਆਇਆ, ਮੈਨੂੰ ਕਿਤੇ ਟੋਲ ਨਹੀਂ ਲੱਗਿਆ। ਫ੍ਰੀ ਹੋ ਗਏ ਮੈਂ ਰਾਤੀ ਆਇਆ, ਕਿਤੇ ਟੋਲ ਨਹੀਂ ਲੱਗਿਆ, ਸਾਰੇ ਫ੍ਰੀ ਹੋ ਗਏ। ਸਾਰੇ ਫ੍ਰੀ। ਇਸ ਜਿਹੜਾ ਅੰਦੋਲਨ ਨੂੰ ਕਵਰ ਕਰ ਰਿਹਾ, ਜਿੱਥੇ ਤੁਹਾਡੇ ਤੇ ਕੇਸ ਦਰਜ ਕੀਤੇ ਗਏ, 6 ਪੱਤਰਕਾਰਾਂ ਦੇ ਉੱਪਰ ਵੀ ਦਿੱਲੀ ਦੇ ਕੇਸ ਦਰਜ ਕੀਤੇ, ਉਹਦੇ ਬਾਰੇ ਤੁਹਾਡਾ ਕਹਿਣਾ? ਬਹੁਤ ਵੈਲਿਡ ਕੁਐਸਚਨ ਹੈ। ਜਦੋਂ ਗੱਲਬਾਤ ਹੋਏਗੀ ਤਾਂ ਪੱਤਰਕਾਰਾਂ ਦੇ ਕੇਸਿਸ ਦੀ, ਸਾਰੇ ਕੇਸਿਸ ਦੀ, ਇਕੱਲੇ ਪੱਤਰਕਾਰਾਂ ਦੇ ਨਹੀਂ, ਜਿਹੜੇ ਇਸ ਅੰਦੋਲਨ ਨਾਲ ਸੰਬੰਧਿਤ ਕੇਸਿਸ ਨੇ, ਉਹਨਾਂ ਸਾਰਿਆਂ ਦੀ ਸਰਕਾਰ ਨਾਲ ਗੱਲਬਾਤ ਕਰਾਂਗੇ। ਠੀਕ ਹੈ ਜੀ। ਮੇਰੀ ਫੇਰ ਇੱਕ ਵਾਰ ਅਪੀਲ ਹੈ, ਪੰਜਾਬ, ਹਰਿਆਣਾ, ਹਿਮਾਚਲ, ਰਾਜਸਥਾਨ, ਉੱਤਰਾਖੰਡ, UP ਦੇ ਕਿਸਾਨਾਂ ਨੂੰ ਵੱਧ ਚੜ ਕੇ ਆਓ
ਪਰ ਸ਼ਾਂਤਮਈ ਰਹਿਣ ਦਾ ਸਹੁੰ ਖਾ ਕੇ ਹੀ ਆਓ। ਤੁਹਾਡਾ ਅੰਦੋਲਨ ਇਹਨੂੰ ਕੋਈ ਖਰਾਬ ਨਾ ਕਰ ਸਕੇ। ਭਾਰਤੀ ਕਿਸਾਨ ਯੂਨੀਅਨ ਜਿੰਦਾਬਾਦ। ਨਹੀਂ ਨਾਰੇ ਪਤਾ ਮੈਂ ਵਾਪਸ ਮੁੜਨਾ ਦਿੱਲੀ ਮੈਂ ਪਹਿਲੇ ਕਰ ਸਕਦੇ ਨਹੀਂ ਹੁਣ। ਪੀਟੀਏ ਨਿਊਜ਼ ਅਪਡੇਟ ਦੇ ਲਈ ਚੰਡੀਗੜ੍ਹ ਤੋਂ ਸੋਨੂ ਜਾਂਸਲਾ ਦੀ ਰਿਪੋਰਟ।